श्री गुरु नानक देव पातशाह जी ਦੀ ਮੁਬਾਰਕ ਪਾਵਨ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਇਹ ਉਪਦੇਸ਼ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਨੁੱਖਤਾ ਦੇ ਸਾਂਝੇ ਰਹਿਬਰ ਨੇ। ਸਤਿਗੁਰੂ ਜੀ ਜਿਸ ਕੋਲ ਵੀ ਗਏ ਉਸ ਦੇ ਕੰਮ ਦੇ ਵਿੱਚੋਂ ਉਸ ਨੂੰ ਸਿੱਖਿਆ ਦੇ ਦਿੱਤੀ। ਜਿਸ ਕੋਲ ਵੀ ਗਏ ਉਸ ਦੇ ਕਾਰਜ ਵਿੱਚੋਂ ਉਸ ਦੀ ਮੱਤ ਵਿੱਚੋਂ ਉਸ ਨੂੰ ਸੋਝੀ ਦੇ ਦਿੱਤੀ। ਸਤਿਗੁਰਾਂ ਨੇ ਜੀਵਨ ਦੇ ਵਿੱਚੋਂ ਭਰਮ ਦੂਰ ਕੀਤੇ ਤੇ ਇਸੇ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਇਸ ਪਾਵਨ ਹੁਕਮ ਦੁਆਰਾ ਸਮਝਾ ਰਹੇ ਨੇ, ਸਿੱਖਾ ਆਪਣੇ ਜੀਵਨ ਅੰਦਰ ਤਬਦੀਲੀ ਕਿਵੇਂ ਕਰਨੀ ਹੈ, ਆਪਣੇ ਜੀਵਨ ਨੂੰ ਸਫਲ ਕਿਵੇਂ ਬਣਾਉਣਾ ਹੈ, ਆਪਣੇ ਜੀਵਨ ਨੂੰ ਸਵਾਰਨਾ ਕਿਵੇਂ ਹੈ। ਕਿਉਂਕਿ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਕਹਿ ਰਹੀ ਹੈ, ਇਹ ਮਨ ਸੁੰਦਰ ਆਪਣਾ ਹਰ ਨਾਮ ਮਨਜੀਠਾ ਰੰਗ ਦੀ। ਸਿੱਖਾ ਤੂੰ ਆਪਣੇ ਮਨ ਨੂੰ ਸੋਹਣਾ ਬਣਾਉਣਾ ਹੈ, ਸਿੱਖਾ ਤੂੰ ਆਪਣੀ ਮਤ ਨੂੰ ਸਵਾਰਨਾ ਹੈ, ਸਿੱਖਾ ਤੂੰ ਆਪਣੇ ਮਨ ਰੂਪੀ ਬਰਤਨ ਨੂੰ ਸਾਫ਼ ਕਰਨਾ ਹੈ। ਤੇ ਭਾਗਾਂ ਵਾਲਿਓ, ਜਿੱਥੇ ਵੀ ਦੁਨੀਆ ਦੇ ਦਰ ਤੇ ਚਲੇ ਜਾਇਓ, ਪਰ ਸਿੱਖ ਦਾ ਜੀਵਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕੋਲ ਆਉਣ ਤੋਂ ਬਿਨਾਂ, ਸਿੱਖ ਦਾ ਜੀਵਨ ਗੁਰੂ ਕੀ ਸਿੱਖਿਆ ਲੈਣ ਤੋਂ ਬਿਨਾਂ ਸਵਰੇਗਾ ਨਹੀਂ। ਕਿਉਂਕਿ ਸਿੱਖ ਨੂੰ ਗੁਰੂ ਨੇ ਖਾਸ ਤੌਰ ਤੇ ਹਦਾਇਤ ਕੀਤੀ ਹੈ, ਸਿੱਖ ਗੁਰੂ ਕੀ ਗੋਦ ਵਿੱਚ ਆ ਕੇ ਬੈਠੇ। ਜਿਵੇਂ ਬੱਚੇ ਦੀ ਹਰ ਰੋਜ਼ ਕਲਾਸ ਸਕੂਲ ਦੇ ਵਿੱਚ ਲੱਗਦੀ ਹੈ, ਹਰ ਰੋਜ਼ ਹਾਜ਼ਰੀ ਲੱਗਦੀ ਹੈ, ਇਸੇ ਤਰ੍ਹਾਂ ਭਾਗਾਂ ਵਾਲਿਓ ਸਿੱਖ ਦਾ ਵੀ ਫਰਜ਼ ਹੈ ਗੁਰੂ ਕੇ ਚਰਨਾਂ ਵਿੱਚ ਹਰ ਰੋਜ਼ ਹਾਜ਼ਰੀ ਲਵਾਵੇ। ਕਥਾ ਕੀਰਤਨ ਵਿਚਾਰ ਬਾਣੀ ਭਾਗਾਂ ਵਾਲਿਓ ਇਹ ਹੋਮਵਰਕ ਨੇ। ਇਹ ਸਤਿਗੁਰੂ ਜੀ ਕਲਾਸ ਦੇ ਵਿੱਚ ਟੀਚਰ ਗੁਰੂ ਸਾਨੂੰ ਸਮਝਾ ਰਿਹਾ ਹੈ, ਇਸ ਦੇ ਵਿੱਚੋਂ ਸਿੱਖਿਆ ਲੈਣੀ ਹੈ। ਇਹ ਪਾਤਸ਼ਾਹ ਜੀ ਸਾਨੂੰ ਹਰ ਰੋਜ਼ ਹੋਮਵਰਕ ਦੇ ਰਹੇ ਨੇ। ਜੇ ਭਾਗਾਂ ਵਾਲਿਓ ਇਸ ਦੇ ਵਿੱਚੋਂ ਅਸੀਂ ਇੱਕ ਪੰਕਤੀ ਇੱਕ ਲਫ਼ਜ਼ ਵੀ ਯਾਦ ਕਰ ਲਿਆ, ਚੇਤਾ ਰੱਖਿਓ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਕਿਨਕਾ ਏਕ ਜਿਸ ਜੀਵ ਵਸਾਵੈ। ਕਿਤੇ ਗੁਰੂ ਕੀ ਬਾਣੀ ਦਾ ਇੱਕ ਕਿਣਕਾ ਵੀ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਪਾਤਸ਼ਾਹ ਜੀ ਕਹਿ ਰਹੇ ਹਨ, ਤਾਂ ਕੀ ਮਹਿਮਾ ਗਣੀ ਨਾ ਆਵੇ। ਚੇਤਾ ਰੱਖਿਓ ਉਸ ਬੰਦੇ ਦੀ ਮਹਿਮਾ ਗਿਣਤੀ ਤੋਂ ਬਾਹਰ ਹੋ ਜਾਂਦੀ ਹੈ। ਉਹ ਬੰਦਾ ਗੁਰੂ ਕੇ ਚਰਨਾਂ ਵਿੱਚ ਆ ਕੇ ਜੀਵਨ ਮੁਕਤ ਹੋ ਜਾਂਦਾ ਹੈ। ਉਹ ਬੰਦਾ ਗੁਰੂ ਕੇ ਚਰਨਾਂ ਵਿੱਚ ਆ ਕੇ ਇਸ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ ਹੈ। ਇਸ ਲਈ ਭਾਗਾਂ ਵਾਲਿਓ, ਗੁਰੂ ਪਾਤਸ਼ਾਹ ਜੀ ਕੀ ਰਹਿਮਤ ਸਾਡੀ ਝੋਲੀ ਵਿੱਚ ਪਾ ਰਹੇ ਨੇ। ਆਓ ਭਾਵਨਾ ਦੇ ਨਾਲ ਸਮਝੀਏ ਜੀ। ਆਪੇ ਸ਼ਬਦ ਆਪੇ ਨਿਸ਼ਾਨ, ਸ਼ਬਦ ਤੋਂ ਭਾਵ ਗੁਰੂ ਆਪ ਹੀ ਸਿਫਤੋ ਸਲਾਹ ਹੈ। ਗੁਰੂ ਆਪ ਹੀ ਦਇਆ ਦਾ ਦਾਤਾ ਹੈ, ਗੁਰੂ ਆਪ ਹੀ ਦਇਆ ਮਿਹਰਮਤਾਂ ਦਾ ਸਾਗਰ ਹੈ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਆਪੇ ਸ਼ਬਦ ਗੁਰੂ ਆਪ ਹੀ ਸਿਫਤੋ ਸਲਾਹ ਹੈ, ਆਪ ਹੀ ਵਡਿਆਈ ਹੈ, ਆਪ ਹੀ ਗੁਣ ਨੇ। ਗੁਰੂ ਕੇ ਸ਼ਬਦ ਨੂੰ ਗਾਉਣਾ ਹੈ, ਗੁਰੂ ਕੇ ਸ਼ਬਦ ਨੂੰ ਪੜ੍ਹਨਾ ਹੈ, ਸੁਣਨਾ ਹੈ, ਵਿਚਾਰਨਾ ਹੈ, ਸਮਝਣਾ ਹੈ। ਆਪੇ ਨਿਸ਼ਾਨ, ਨਿਸ਼ਾਨ ਤੋਂ ਭਾਵ ਗੁਰੂ ਫਿਰ ਆਪ ਹੀ ਰਾਹਦਾਰੀ ਹੈ, ਆਪ ਹੀ ਉਹ ਰਸਤਾ ਹੈ। ਜਿਸ ਰਸਤੇ ਤੇ ਗੁਰੂ ਨੇ ਚਲਾਉਣਾ ਹੈ ਭਾਗਾਂ ਵਾਲਿਓ, ਉਹ ਰਸਤਾ ਵੀ ਗੁਰੂ ਨੇ ਦਿਖਾ ਦਿੱਤਾ। ਸਿੱਖਾ ਗੁਰੂ ਦੀ ਸਿਫਤੋ ਸਲਾਹ ਕਰੀ, ਗੁਰੂ ਕੀ ਵਿਚਾਰ ਕਰੀ, ਗੁਰੂ ਕੀ ਬਾਣੀ ਪੜ੍ਹੀ, ਬਾਬੇ ਨਾਨਕ ਦੀ ਵਿਚਾਰਧਾਰਾ ਤੇ ਚੱਲੀ। ਪਾਤਸ਼ਾਹ ਜੀ ਕਹਿ ਰਹੇ ਹਨ, ਚੇਤਾ ਰੱਖ ਫਿਰ ਤੈਨੂੰ ਆਪ ਹੀ ਨਿਸ਼ਾਨ ਭਾਵ ਰਾਹਦਾਰੀ ਮਿਲ ਜਾਵੇਗੀ, ਆਪੇ ਹੀ ਰਸਤਾ ਮਿਲ ਜਾਵੇਗਾ। ਗੁਰੂ ਤੇਰੇ ਅੱਗੇ ਰਸਤਾ ਖੋਲਦਾ ਜਾਵੇਗਾ, ਤੂੰ ਉਸ ਰਸਤੇ ਤੇ ਤੁਰਨਾ ਹੈ, ਗੁਰੂ ਤੈਨੂੰ ਆਪ ਮੰਜ਼ਿਲ ਤੇ ਪਹੁੰਚਾਵੇਗਾ। ਇਸ ਲਈ ਭਾਗਾਂ ਵਾਲਿਓ, ਗੁਰੂ ਦੀ ਸਿਫਤੋ ਸਲਾਹ ਲੈਣੀ ਕਿਵੇਂ ਹੈ, ਗੁਰੂ ਨੂੰ ਸਮਝਣਾ ਕਿਵੇਂ ਹੈ, ਗੁਰੂ ਕੇ ਗਿਆਨ ਦੇ ਅੰਦਰ ਵਸਣਾ ਕਿਵੇਂ ਹੈ, ਗੁਰੂ ਕੇ ਰਸਤੇ ਤੇ ਕਿਵੇਂ ਚੱਲਣਾ ਹੈ, ਇਹ ਭਾਈ ਨੰਦ ਲਾਲ ਤੋਂ ਪੁੱਛਣਾ ਕਰੀਏ। ਕਿਉਂਕਿ ਕਿਰਪਾ ਕਿਵੇਂ ਲੈਣੀ ਹੈ, ਭਾਈ ਨੰਦ ਲਾਲ ਤੋਂ ਸਿੱਖੀਏ। ਭਾਈ ਨੰਦ ਲਾਲ ਜੀ ਹਰ ਰੋਜ਼ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ ਲਿਆਉਂਦੇ ਨੇ। ਕਿਉਂਕਿ ਸਤਿਗੁਰੂ ਜੀ ਭਾਈ ਨੰਦ ਲਾਲ ਦੇ ਹੱਥੋਂ ਹਰ ਰੋਜ਼ ਪ੍ਰਸ਼ਾਦਾ ਛਕਦੇ ਨੇ। ਥਾਲ ਸਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਪਿਤ ਕਰ ਦਿੰਦੇ ਨੇ। ਪਾਤਸ਼ਾਹ ਜੀ ਗੁਰਮੁਖੋ ਪ੍ਰਸ਼ਾਦਾ ਬੜੇ ਪਿਆਰ ਦੇ ਨਾਲ ਛਕਦੇ ਨੇ।
ਇੱਕ ਦਿਨ ਸਤਿਗੁਰੂ ਜੀ ਪ੍ਰਸ਼ਾਦਾ ਛਕਣ ਲੱਗੇ, ਸਾਹਮਣੇ ਇੱਕ ਕੁੱਤਾ ਬੈਠਾ ਸੀ। ਗੁਰੂ ਪਾਤਸ਼ਾਹ ਜੀ ਨੇ ਰੱਬ ਦਾ ਸ਼ੁਕਰਾਨਾ ਕੀਤਾ, ਸ਼ੁਕਰਾਨੇ ਦੀ ਬੇਨਤੀ ਕੀਤੀ ਤੇ ਗੁਰਮੁਖੋ ਇੱਕ ਗਰਾਹੀ ਤੋੜੀ, ਇੱਕ ਬੁਰਕੀ ਤੋੜੀ। ਜਦ ਆਪਣੇ ਮੁਖ ਦੇ ਵਿੱਚ ਪਾਉਣ ਲੱਗੇ, ਕੁੱਤਾ ਦੇਖਿਆ। ਸਤਿਗੁਰਾਂ ਨੇ ਗੁਰਮੁਖੋ ਉਸ ਕੁੱਤੇ ਨੂੰ ਇੱਕ ਬੁਰਕੀ ਪਾ ਦਿੱਤੀ। ਕੁੱਤਾ ਉਹ ਬੁਰਕੀ ਲੈ ਕੇ ਚਲਾ ਗਿਆ। ਦੂਸਰੇ ਦਿਨ ਇਸੇ ਤਰ੍ਹਾਂ ਹੋਇਆ। ਭਾਈ ਨੰਦ ਲਾਲ ਜੀ ਪ੍ਰਸ਼ਾਦਾ ਤੇ ਤਿਆਰ ਕੀਤਾ। ਪ੍ਰਸ਼ਾਦਾ ਤਿਆਰ ਕਰਕੇ ਸੇਵਾਦਾਰ ਨੂੰ ਭੇਜ ਦਿੱਤਾ। ਆਪ ਨਹੀਂ ਆਏ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪੁੱਛਿਆ, ਨੰਦ ਲਾਲ ਕਿੱਥੇ ਹੈ? ਤੇ ਗੁਰਮੁਖੋ ਸੇਵਾਦਾਰ ਕਹਿਣ ਲੱਗਾ, ਮਹਾਰਾਜ ਉਹ ਲੰਗਰ ਦੇ ਵਿੱਚ ਸੇਵਾ ਕਰ ਰਹੇ ਨੇ, ਲੰਗਰ ਦੇ ਵਿੱਚ ਨੇ, ਤੁਸੀਂ ਪ੍ਰਸ਼ਾਦਾ ਛਕੋ। ਸਤਿਗੁਰੂ ਜੀ ਕਹਿਣ ਲੱਗੇ, ਚਲੋ ਕੋਈ ਕੰਮ ਹੋਵੇਗਾ, ਸੇਵਾ ਕਰਦੇ ਹੋਣਗੇ। ਗੁਰੂ ਪਾਤਸ਼ਾਹ ਜੀ ਗੁਰਮੁਖੋ ਪ੍ਰਸ਼ਾਦਾ ਰੱਬ ਜੀ ਦਾ ਸ਼ੁਕਰਾਨੇ ਦੇ ਵਾਸਤੇ ਗੁਰੂ ਨੇ ਅਰਦਾਸ ਕੀਤੀ, ਗੁਰੂ ਕਾ ਰੱਬ ਦਾ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਗੁਰਮੁਖੋ ਜਦ ਬੁਰਕੀ ਤੋੜੀ ਤੇ ਬੁਰਕੀ ਮੁਖ ਦੇ ਵਿੱਚ ਪਾਉਣ ਲੱਗੇ, ਸਾਹਮਣੇ ਕੀ ਤੱਕਦੇ ਨੇ ਮੇਰੇ ਪਾਤਸ਼ਾਹ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਮਣੇ ਜਿੱਥੇ ਕੱਲ ਕੁੱਤਾ ਬੈਠਾ ਸੀ, ਉੱਥੇ ਅੱਜ ਨੰਦ ਲਾਲ ਬੈਠਾ ਹੈ। ਸਤਿਗੁਰਾਂ ਨੇ ਗੁਰਮੁਖੋ ਜਦ ਬੁਰਕੀ ਤੋੜੀ, ਮੁਖ ਦੇ ਵਿੱਚ ਪਾਉਣ ਲੱਗੇ, ਪਾਤਸ਼ਾਹ ਜੀ ਨੇ ਬੁਰਕੀ ਉੱਥੇ ਥਾਲੀ ਦੇ ਵਿੱਚ ਰੱਖ ਦਿੱਤੀ। ਕਹਿਣ ਲੱਗੇ, ਨੰਦ ਲਾਲ ਤੂੰ ਇੱਥੇ ਕਿਉਂ ਬੈਠਾ ਹੈ? ਕਹਿਣ ਲੱਗਾ, ਮਹਾਰਾਜ ਕੱਲ ਮੈਂ ਦੇਖਿਆ ਸੀ ਇੱਥੇ ਤੁਹਾਡੇ ਦਰ ਦਾ ਕੁੱਕਰ ਬੈਠਾ ਸੀ, ਤੁਹਾਡੇ ਦਰ ਤੇ ਕੁੱਤਾ ਬੈਠਾ ਸੀ, ਤੁਸੀਂ ਉਸ ਕੁੱਤੇ ਨੂੰ ਇੱਕ ਗਰਾਹੀ, ਇੱਕ ਬੁਰਕੀ ਦੇ ਦਿੱਤੀ, ਕਿਰਪਾ ਦੇ ਦਿੱਤੀ। ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਮਹਾਰਾਜ ਮੈਂ ਵੀ ਤੁਹਾਡੇ ਦਰ ਦਾ ਕੁੱਤਾ ਹਾਂ, ਤੁਹਾਡੇ ਦਰ ਦਾ ਕੁੱਕਰ ਹਾਂ, ਕਿਉਂਕਿ ਇੱਥੇ ਕੁੱਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ। ਪਾਤਸ਼ਾਹ ਜੀ ਕਹਿ ਰਹੇ ਹਨ, ਹਮ ਕੁੱਕਰ ਤੇਰੇ ਦਰਬਾਰ, ਭੌਂਕੈ ਆਗੈ ਬਦਨ ਪਸਾਰ। ਮੈਂ ਵੀ ਤੇਰੇ ਦਰ ਦਾ ਕੁੱਤਾ ਹਾਂ, ਤੇਰੇ ਦਰ ਦਾ ਕੁੱਕਰ ਹਾਂ। ਮਾਲਕ ਜੀ ਰਹਿਮਤ ਕਰੋ, ਮੈਨੂੰ ਵੀ ਇੱਕ ਬੁਰਕੀ ਦਿਓ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪ੍ਰਸ਼ਾਦਾ ਛਕਣ ਲੱਗੇ ਸਨ। ਵੇਖੋ ਸਤਿਗੁਰੂ ਜੀ ਆਪ ਉੱਠੇ, ਉੱਠ ਕੇ ਨੰਦ ਲਾਲ ਜੀ ਕੋਲ ਚਲੇ ਗਏ। ਨੰਦ ਲਾਲ ਨੂੰ ਕਹਿਣ ਲੱਗੇ, ਨੰਦ ਲਾਲ ਉੱਠ। ਨੰਦ ਲਾਲ ਉੱਠਿਆ। ਕਹਿਣ ਲੱਗੇ, ਨੰਦ ਲਾਲ ਤੂੰ ਤੇ ਇਸ ਘਰ ਦਾ ਮਾਲਕ ਹੈ, ਤੂੰ ਤੇ ਕਿਰਪਾ ਦੇਣ ਵਾਲਿਆਂ ਵਿੱਚੋਂ ਹੈ, ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਘਰ ਦੀ ਕਿਰਪਾ ਵੰਡਣ ਵਾਲਾ ਹੈ, ਤੂੰ ਕਿਰਪਾ ਵੰਡਣ ਵਾਲਿਆਂ ਵਿੱਚੋਂ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਮੁਖੋ ਨੰਦ ਲਾਲ ਨੂੰ ਉਠਾਇਆ, ਛਾਤੀ ਦੇ ਨਾਲ ਲਾਇਆ। ਵੇਖੋ ਕਿੰਨਾ ਪਿਆਰ ਗੁਰੂ ਪਾਤਸ਼ਾਹ ਜੀ ਕਰਦੇ ਨੇ। ਪ੍ਰਸ਼ਾਦਾ ਛੱਡ ਕੇ ਸਤਿਗੁਰੂ ਜੀ ਨੰਦ ਲਾਲ ਕੋਲ ਚਲੇ ਗਏ। ਭਾਈ ਨੰਦ ਲਾਲ ਨੂੰ ਗਲਵਕੜੀ ਦੇ ਵਿੱਚ ਲਿਆ। ਨੰਦ ਲਾਲ ਨੂੰ ਕਹਿਣ ਲੱਗੇ, ਤੂੰ ਤੇ ਖਜ਼ਾਨੇ ਦਾ ਮਾਲਕ ਹੈ, ਤੂੰ ਆਲਮ ਫਾਜ਼ਲ ਹੈ। ਤੂੰ ਪਾਤਸ਼ਾਹ ਜੀ ਕਹਿਣ ਲੱਗੇ, ਗੁਰੂ ਨਾਨਕ ਦੇ ਘਰ ਦੇ ਖਜ਼ਾਨੇ ਦਾ ਮਾਲਕ ਹੈ, ਤੇਰੇ ਕੋਲ ਤੇ ਨਾਮ ਦਾ ਖਜ਼ਾਨਾ ਹੈ, ਤੂੰ ਤੇ ਕਿਰਪਾ ਵੰਡਣ ਵਾਲਿਆਂ ਵਿੱਚੋਂ ਹੈ। ਇਸ ਲਈ ਭਾਗਾਂ ਵਾਲਿਓ, ਗੁਰੂ ਨਾਨਕ ਦੇ ਦਰ ਤੋਂ ਕਿਰਪਾ ਕਿਵੇਂ ਲੈਣੀ ਹੈ? ਗੁਰੂ ਨਾਨਕ ਦੇ ਦਰ ਤੋਂ ਕਿਰਪਾ ਮਿਲੇਗੀ ਜੇ ਨੀਅਤ ਰਾਸ ਕਰਾਂਗੇ। ਤੇ ਚੇਤਾ ਰੱਖਿਓ, ਨੀਅਤ ਸਾਡੀ ਵਿਚਾਰਧਾਰਾ ਹੈ। ਨੀਅਤ ਦੇ ਵਿੱਚ ਬੀਜ ਕੈਸਾ ਪਾਉਣਾ ਹੈ? ਨੀਅਤ ਦੇ ਵਿੱਚ ਬੀਜ ਪਾਉਣਾ ਹੈ ਕਰਮਾਂ ਦਾ। ਕਰਮ ਇਹ ਬੀਜ ਨੇ। ਤੇ ਸਾਰੇ ਕਿਸਾਨ ਵੀਰ ਬੈਠੇ ਹੋ, ਭਾਗਾਂ ਵਾਲਿਓ, ਜੇ ਕਿਸਾਨ ਕੋਲ ਬੀਜ ਮਾੜਾ ਹੋਵੇ, ਜੇ ਬੀਜ ਮਾੜਾ ਚੰਗੀ ਧਰਤੀ ਦੇ ਵਿੱਚ ਪਾਵੇਗਾ, ਚੰਗੀ ਜ਼ਮੀਨ ਦੇ ਵਿੱਚ ਪਾਵੇਗਾ, ਉਹ ਬੀਜ ਕੁਝ ਨਾ ਕੁਝ ਫਲ ਜ਼ਰੂਰ ਦੇਵੇਗਾ। ਜੇ ਭਾਗਾਂ ਵਾਲਿਓ ਬੀਜ ਭਾਵੇਂ ਕਿੰਨਾ ਵੀ ਚੰਗਾ ਹੋਵੇ, ਜ਼ਮੀਨ ਬੰਜਰ ਹੈ, ਜ਼ਮੀਨ ਮਾੜੀ ਹੈ, ਜ਼ਮੀਨ ਸੇਮ ਵਾਲੀ ਹੈ, ਚੇਤਾ ਰੱਖਿਓ ਚੰਗੇ ਤੋਂ ਚੰਗਾ ਬੀਜ ਵੀ ਨਹੀਂ ਉਗਰੇਗਾ। ਇਸੇ ਲਈ ਭਾਗਾਂ ਵਾਲਿਓ, ਜੋ ਗੁਰੂ ਕੇ ਚਰਨਾਂ ਵਿੱਚ ਆ ਕੇ ਬੈਠੇ ਹਾਂ, ਇਹ ਬੀਜ ਹੈ। ਕਰਮ ਸਾਡੇ ਬੀਜ ਨੇ ਤੇ ਨੀਅਤ ਗੁਰਮੁਖੋ ਸਾਡੀ ਧਰਤੀ ਹੈ। ਨੀਅਤ ਇਹ ਮਤ ਹੈ, ਇਹ ਧਰਤੀ ਹੈ। ਪਾਤਸ਼ਾਹ ਜੀ ਕਹਿ ਰਹੇ ਹਨ, ਇਸ ਨੀਅਤ ਰੂਪੀ ਧਰਤੀ ਦੇ ਵਿੱਚ ਗਿਆਨ ਦਾ ਬੀਜ ਪਾਉਣਾ ਹੈ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਚੇਤਾ ਰੱਖਿਓ, ਜੇ ਨੀਅਤ ਰਾਸ ਹੋ ਗਈ, ਨੀਅਤ ਸੱਚੀ ਸੁੱਚੀ ਹੋ ਗਈ। ਬਾਬਾ ਫਰੀਦ ਜੀ ਕਹਿਣ ਲੱਗੇ, ਫਰੀਦਾ ਕਾਹੇ ਪਟੋਲਾ ਪਾੜਤੇ, ਕਾਹੇ ਫਟੋਲਾ ਤਜ ਕਰੇ, ਕੰਬ ਲੜੀ ਪਹਿਰਿਓ। ਹੈ ਰੱਬ ਜੀ, ਮੈਂ ਤੇਰੇ ਦਰ ਦਾ ਕੁੱਕਰ ਹਾਂ, ਤੇਰੇ ਦਰ ਤੇ ਮੈਂ ਜੇ ਤੂੰ ਖੁਸ਼ ਹੋ ਜਾਵੇਂ, ਰੱਬ ਜੀ ਮੈਂ ਆਪਣੇ ਤਨ ਦੇ ਕੱਪੜੇ ਪਾੜ ਦਿਆਂ ਤੇ ਕੰਬਲੀ ਪਹਿਨ ਲਵਾਂ,
ਤੇ ਗੁਰਮੁਖੋ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਕਾਏ ਪਟੋਲਾ ਪਾੜਤੇ ਕੰਬ ਲੜੀ ਪਹਿਰਿਓ, ਨਾਨਕ ਘਰ ਹੀ ਬੈਠਿਆਂ ਸੋ ਮਿਲੇ ਜੇ ਨੀਅਤ ਰਾਸ ਕਰੇ। ਕਹਿਣ ਲੱਗੇ ਜੇ ਘਰੇ ਬੈਠਿਆਂ ਤੈਨੂੰ ਰੱਬ ਮਿਲ ਜਾਵੇਗਾ, ਘਰ ਤੋਂ ਭਾਵ ਹਿਰਦੇ ਘਰ ਦੇ ਅੰਦਰ ਟਿਕ ਕੇ ਗੁਰੂ ਤੋਂ ਸਿੱਖਿਆ ਲੈ ਕੇ ਤੈਨੂੰ ਰੱਬ ਮਿਲ ਜਾਵੇਗਾ, ਜੇ ਤੇਰੀ ਨੀਅਤ ਰਸ ਹੈ, ਜੇ ਤੇਰੇ ਮਨ ਅੰਦਰ ਭਾਵਨਾ ਹੈ। ਇਸ ਲਈ ਭਾਗਾਂ ਵਾਲਿਓ ਨੀਅਤ ਰਾਸ ਕਿਵੇਂ ਕਰਨੀ ਹੈ, ਇਸ ਨੀਅਤ ਰੂਪੀ ਧਰਤੀ ਨੂੰ ਸਟਰੋਂਗ ਕਿਵੇਂ ਬਣਾਉਣਾ ਹੈ, ਇਹ ਗੁਰੂ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਨੇ। ਇਸ ਲਈ ਜੈਸਾ ਸਾਨੂੰ ਗੁਰਮੁਖੋਂ ਮਿਲੇਗਾ ਸਾਡੀ ਨੀਅਤ ਕਰਕੇ ਮਿਲੇਗਾ। ਆਪਣੀ ਨੀਅਤ ਦੇ ਅੰਦਰ ਭਾਵਨਾ ਬਣਾਈਏ, ਨੀਤ ਸਾਫ਼ ਰੱਖੀਏ, ਜੈਸੀ ਭਾਵਨਾ ਹੋਵੇਗੀ ਗੁਰੂ ਬਖਸ਼ਿਸ਼ ਵੈਸੀ ਦੇਣਗੇ। ਇਸ ਲਈ ਭਾਗਾਂ ਵਾਲਿਓ ਜੇ ਨੀਅਤ ਹੋਵੇਗੀ ਗੁਰੂ ਹਰ ਦਾਤ ਦੇ ਦੇਵੇਗਾ, ਜੇ ਨੀਅਤ ਨਾ ਹੋਵੇਗੀ ਚੇਤਾ ਰੱਖਿਓ ਜੇ ਸਾਡੇ ਕੋਲ ਜ਼ਮੀਨ ਹੀ ਨਹੀਂ ਤੇ ਭਾਗਾਂ ਵਾਲਿਓ ਬੀਜ ਕਿੱਥੇ ਪਾਵਾਂਗੇ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਨੀਅਤ ਰੂਪੀ ਧਰਤੀ ਨੂੰ ਤਿਆਰ ਕਰ, ਇਸ ਦੇ ਵਿੱਚ ਕਰਮ ਰੂਪੀ ਨਾਮ ਰੂਪੀ ਗੁਰੂ ਕੇ ਗਿਆਨ ਰੂਪੀ ਬੀਜ ਨੂੰ ਪਾ। ਸਿੱਖਾ ਚੇਤਾ ਰੱਖੀ, ਫਿਰ ਵੰਡਣ ਵਾਲਿਆਂ ਵਿੱਚੋਂ ਹੋ ਜਾਵੇਂਗਾ, ਫਿਰ ਮੰਗਣ ਵਾਲਿਆਂ ਵਿੱਚੋਂ ਨਹੀਂ, ਫਿਰ ਵੰਡਣ ਵਾਲਿਆਂ ਵਿੱਚੋਂ ਹੋਵੇਂਗਾ, ਫਿਰ ਮੰਗਤਾ ਨਹੀਂ। ਗੁਰੂ ਤੈਨੂੰ ਦਾਤਾ ਬਣਾ ਦੇਣਗੇ, ਗੁਰੂ ਦਾਤਾਂ ਦਾ ਮਾਲਕ ਬਣਾ ਦੇਣਗੇ, ਗੁਰੂ ਤੇਰੀ ਮੱਤ ਉੱਚੀ ਕਰ ਦੇਣਗੇ। ਇਸ ਲਈ ਭਾਗਾਂ ਵਾਲਿਓ ਆਪੇ ਸ਼ਬਦ ਆਪ ਹੀ ਗੁਰੂ ਸਿਫਤੋ ਸਲਾਹ ਹੈ, ਆਪੇ ਨਿਸ਼ਾਨ ਗੁਰੂ ਆਪ ਹੀ ਰਾਹਦਾਰੀ ਰਸਤਾ ਹੈ ਜੀ। ਆਪੇ ਸੁਰਤਾ ਗੁਰੂ ਆਪ ਹੀ ਬੰਦੇ ਦੀਆਂ ਅਰਦਾਸਾਂ ਨੂੰ ਸੁਣਨ ਵਾਲਾ ਹੈ। ਆਪੇ ਜਾਣ ਗੁਰੂ ਨੂੰ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ, ਕਿਉਂਕਿ ਬਿਨ ਬੋਲਿਆ ਸਭ ਕਿਛ ਜਾਣਦਾ। ਕਿਸ ਆਗੇ ਕੀਚੈ ਅਰਦਾਸ ਬਹੁਤਾ ਬੋਲਣ, ਝੱਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ। ਗੁਰੂ ਬਿਨਾ ਬੋਲਿਆ ਤੋਂ ਸਭ ਕੁਝ ਜਾਣਦਾ ਹੈ। ਜੇ ਭਾਗਾਂ ਵਾਲਿਓ ਗੁਰੂ ਕੇ ਦਰ ਤੇ ਅਸੀਂ ਕੁਝ ਚੜਾਇਆ ਭੇਟਾ ਕੀਤਾ, ਜੇ ਉਸ ਤੇ ਨਾਮ ਲਿਖਾ ਰਹੇ ਹਾਂ, ਨਾਮ ਗੁਰਮੁਖੋ ਤਾਂ ਲਿਖਾਈਏ ਜੇ ਗੁਰੂ ਨਾ ਜਾਣਦਾ ਹੋਵੇ। ਨਾਮ ਅਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਲਿਖਾਇਆ ਹੈ, ਲੋਕਾਂ ਨੂੰ ਪਤਾ ਲੱਗੇ ਫਲਾਣੇ ਬੰਦੇ ਨੇ ਆਹ ਚੀਜ਼ ਗੁਰੂ ਦੇ ਦਰ ਤੇ ਭੇਟਾ ਕੀਤੀ, ਆਹ ਚੀਜ਼ ਦਿੱਤੀ। ਕਹਿੰਦਾ ਜੀ ਸਪੀਕਰ ਦੇ ਵਿੱਚ ਬੋਲਦੇ ਹੋ, ਇਤਨੇ ਪੈਸੇ ਇਤਨੀ ਮਾਇਆ ਮੈਂ ਦਿੱਤੇ। ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ, ਸਿੱਖਾ ਚੇਤਾ ਰੱਖੀ ਦੱਸੀ ਦਾ ਉਸ ਨੂੰ ਹੈ ਜਿਸ ਨੂੰ ਨਾਮ ਦਾ ਪਤਾ ਨਾ ਹੋਵੇ, ਜਿਹੜਾ ਜਾਣਦਾ ਨਾ ਹੋਵੇ, ਜਿਹੜਾ ਅਣਜਾਣ ਹੋਵੇ। ਭਾਗਾਂ ਵਾਲਿਓ ਗੁਰੂ ਤੇ ਬਿਨਾਂ ਬੋਲਿਆਂ ਤੋਂ ਸਭ ਕੁਝ ਜਾਣਦਾ ਹੈ। ਆਪੇ ਸੁਰਤਾ ਆਪ ਹੀ ਤੇਰੇ ਦੁੱਖਾਂ ਸੁੱਖਾਂ ਤੇਰੀਆਂ ਅਰਦਾਸਾਂ ਨੂੰ ਸੁਣਨ ਵਾਲਾ ਹੈ। ਆਪੇ ਜਾਣ ਆਪ ਹੀ ਤੇਰੇ ਅੰਦਰ ਦੀ ਬਾਤ ਨੂੰ ਜਾਣਦਾ ਹੈ। ਆਪੇ ਕਰ ਕਰ ਵੇਖੈ ਤਾਨ ਗੁਰੂ ਆਪ ਹੀ ਇਸ ਸ੍ਰਿਸ਼ਟੀ ਨੂੰ ਰਚ ਕੇ ਆਪ ਹੀ ਇਸ ਦੇ ਵਿੱਚ ਆਪਣਾ ਬਲ ਗੁਰੂ ਨੇ ਟਿਕਾਇਆ ਤੇ ਭਾਗਾਂ ਵਾਲਿਓ ਆਪਣੇ ਬਲ ਦੇ ਨਾਲ ਇਸ ਧਰਤੀ ਦੀ ਖੇਡ ਨੂੰ ਦੇਖ ਰਿਹਾ ਹੈ। ਤੂੰ ਦਾਤਾ ਤੁਸੀਂ ਦਾਤੇ ਹੋ, ਰਹਿਮਤਾਂ ਦੇ ਸਾਗਰ ਹੋ। ਨਾਮ ਪ੍ਰਵਾਨ ਜਿਹੜਾ ਗੁਰੂ ਕੇ ਨਾਮ ਨੂੰ ਜਪੇਗਾ ਗੁਰਮੁਖੋ ਗੁਰੂ ਕੇ ਦਰ ਤੇ ਪ੍ਰਵਾਨ ਹੋ ਜਾਵੇਗਾ। ਜਿਸ ਨੇ ਜਪਿਆ ਨਹੀਂ ਤੇ ਭਾਗਾਂ ਵਾਲਿਓ ਅੱਜ ਵੀ ਠੋਕਰਾਂ ਖਾਵੇਗਾ, ਕੱਲ ਵੀ ਠੋਕਰਾਂ ਖਾਵੇਗਾ। ਜਿਸ ਨੇ ਗੁਰੂ ਦੀ ਨਹੀਂ ਸੁਣੀ, ਪਾਤਸ਼ਾਹ ਜੀ ਕਹਿ ਰਹੇ ਹਨ, ਸਿੱਖਾ ਤੇਰੀ ਮੱਤ ਅੰਦਰ ਹੀਰੇ ਜਵਾਹਰਾਤ ਪੈਦਾ ਹੋ ਸਕਦੇ ਨੇ, ਮੱਤ ਵਿੱਚ ਰਤਨ ਜਵਾਹਰ ਮਾਨਕ। ਤੇਰੀ ਮੱਤ ਵਿੱਚ ਹੀਰੇ ਜਵਾਹਰਾਤ ਰਤਨਾ ਤੋਂ ਕੀਮਤੀ ਵਿਚਾਰ ਪੈਦਾ ਹੋ ਸਕਦੇ ਨੇ। ਕਿਵੇਂ ਹੋਣਗੇ? ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਨੇ ਕੰਡੀਸ਼ਨ ਲਾ ਦਿੱਤੀ, ਜੇ ਗੁਰੂ ਨੇ ਸ਼ਰਤ ਰੱਖ ਦਿੱਤੀ, ਜੇ ਤੋਂ ਭਾਵ ਸਿੱਖਾ ਜੇ ਤੂੰ ਗੁਰੂ ਦੀ ਸਿੱਖਿਆ ਨੂੰ ਸੁਣ ਲਵੇਂ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਕੀ ਵਿਚਾਰਧਾਰਾ ਨੂੰ ਸੁਣ ਲਿਆ, ਚੇਤਾ ਰੱਖੀ ਜੀਵਨ ਸਫਲ ਹੋ ਜਾਵੇਗਾ। ਨਾਮ ਪ੍ਰਵਾਨ ਗੁਰੂ ਕੇ ਨਾਮ ਨੂੰ ਜਪੇਗਾ ਤੇ ਗੁਰੂ ਕੇ ਦਰ ਤੇ ਪ੍ਰਵਾਨ ਹੋ ਜਾਵੇਗਾ, ਕਬੂਲ ਹੋ ਜਾਵੇਗਾ। ਪਾਤਸ਼ਾਹ ਜੀ ਰਹਿਮਤ ਕਰਨ। ਗੁਰ ਹੁਕਮ ਦੇ ਸੰਖੇਪ ਜੀ ਵਿਚਾਰ ਕੇਵਲ 4 ਪੰਕਤੀਆਂ ਆਪ ਸੰਗਤਾਂ ਦੇ ਨਾਲ ਗੁਰੂ ਰਹਿਮਤ ਸਦਕਾ ਸਮੇਂ ਦੇ ਦਾਇਰੇ ਅੰਦਰ ਰਹਿੰਦਿਆਂ ਸਾਂਝੀਆਂ ਕੀਤੀਆਂ ਜੀ। ਪਾਤਸ਼ਾਹ ਜੀ ਵਿਚਾਰਾਂ ਕਰਨ ਦੀ, ਬਾਣੀ ਪੜਨ ਦੀ, ਸੇਵਾ ਕਰਨ ਦੀ ਸੋਝੀ ਸਮੱਤਦੇ ਹਨ। ਹੋਈ ਪੰਚਮ ਗੁਰਦੇਵ ਪੰਚਮ ਸ਼ਹਿਨशाह ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਹੈ।
ਤੋ ਸਤਿਗੁਰਾਂ ਨੇ ਜੈਤ ਸਰੀ ਰਾਗ ਦੀ ਵਾਰ ਅੰਦਰ ਇਸ ਹੁਕਮ ਨੂੰ ਸੁਭਾਏ ਮਾਨ ਕੀਤਾ ਹੈ। ਕੀ ਰਹਿਮਤ, ਕੀ ਬਖਸ਼ਿਸ਼, ਕੀ ਦਿਆਲਤਾ ਇਸ ਹੁਕਮ ਦੁਆਰਾ ਪਾਤਸ਼ਾਹ ਜੀ ਕਰ ਰਹੇ ਨੇ ਤੇ ਕੀ ਰਹਿਮਤਾਂ ਸਾਡੀ ਝੋਲੀ ਪਾ ਰਹੇ ਨੇ। ਆਓ ਭਾਵਨਾ ਦੇ ਨਾਲ ਮਨੋਂ ਬਿਰਤੀਆਂ ਇਕਾਗਰ ਕਰਕੇ ਸਮਝੀਏ ਜੀ। ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਬਸੰਤ ਤੋਂ ਭਾਵ ਵਸਦੇ ਹੋਣ, ਸਵਰਗ ਲੋਕ ਹੈ ਤੋਂ ਭਾਵ ਸਵਰਗ ਲੋਕ ਦੀ ਜਿਸ ਦੀ ਗੱਲ ਹਰ ਧਰਮ ਵਿੱਚ ਕੀਤੀ ਜਾਂਦੀ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹਨ ਵਾਲੇ ਗੁਰਸਿੱਖਾਂ ਨੂੰ ਪੁੱਛਿਆ ਜਾਵੇ, ਬਾਬਾ ਕਬੀਰ ਜੀ ਨੂੰ ਪੁੱਛੀਏ, ਬਾਬਾ ਜੀ ਨਰਕ ਸੁਰਗ ਕੀ ਹੈ? तो बाबा कबीर जी कहन लगे रब जी का नाम नरक सुरग तो भी उत्ते है। कहन लगे केड़ा नरक केड़ा सुरग, क्या नरक क्या सुरग विचारा संतन दो राधे। कहन लगे संतां ने नरक ते स्वर्ग दोवें ही रद्द कर दिते, क्योंकि किसी बंदे नूं पुछया जावे रब कित्थे वसदा है, हर बंदा गुरमुखो उंगल उतां नूं करेगा, उपर नूं उंगल आसमान नूं करेगा, क्योंकि साडे विच ये भरम पाए गए रब उत्ते वसदा है। पर धन गुरु ग्रंथ साहिब महाराज जी की बाणी कह रही है रब कण कण अंदर है, जर्रे जर्रे अंदर है। रब हर एक बंदे दे अंदर है। बंदा अपने अंदर नूं तके, अपने अंदर नूं वेखे। आप नड़े गिरेवान में सिर नीवा कर देख, अपने गिरेवान दे अंदर झात मार, क्योंकि सब किछ घर में बाहर नाही। सब कुछ तेरे घर अंदर है जो ब्रह्मंडे, जेड़ा रब खंडा ब्रह्मंडा विच वसदा है सोई पिंडे। ओ तेरे पिंडे तेरे शरीर तेरे हिरदे अंदर है। बस तैनू देखण दी जरूरत है ते ओ देखण वाली अख, ओ देखण वाला सुरमा धन गुरु ग्रंथ साहिब पातशाह जी दे रहे ने। गुरु ज्ञान रूपी सुरमा साडियां अखां विच पा रहे ने। ज्ञान अंजन गुर दिया, अंजन तो भाव सुरमा। गुरु ने ज्ञान दा सुरमा साडियां अखां दे विच पा दिता, जिस सुरमे करके अखां दे सामने वकारां दी काई, वकारां दी मनीलता सारी दूर हो गई ते गुरु का ज्ञान अंदर वस गया। गुरु की बाणी हृदय अंदर वस गई, गुरु की बाणी दा रस आ गया। गुरु की बाणी द्वारा बंदे दा जीवन सफल हो गया। इसलिए भागां वालिओ धन गुरु ग्रंथ साहिब पातशाह जी कह रहे हैं ज्ञान दा अंजन, ज्ञान दा सुरमा अपनी अखां दे विच पा लै, संसारक वकारां तो बच जावेगा, माया दी मलीनता तो बच जावेगा, वकारां तो बच जावेगा। हर बंदा गुरमुखो अज दे समय दे विच इस संसार के रसां दे मगर भजदा है। पातशाह जी कह रहे हैं हर एक चीज ही माया है, क्योंकि संसार दे रस जे धियां पुत्रां दा प्यार ये भी माया है। संसार दे रसां दा प्यार, पदार्थां दा प्यार ये भी माया है। माता पिता होर पदार्थां दा प्यार ये भी माया है। पातशाह जी कह रहे हैं ये तेरियां जिम्मेवारियां ने, जिवें तेरे मां प्यो ने तैनू सांभिया पढ़ाया लिखाया, अज तेरा फर्ज बनता है तू अपने मां बाप अपने बजुर्गों की सेवा करें। इसलिए भागां वालिओ गुरु पातशाह जी सानू अपने बजुर्गों की संभाल, अपने बजुर्गों की सेवा वास्ते भी प्रेर रहे ने। धन गुरु रामदास महाराज जी दे नाल प्रिथी चंद बड़ा गुरमुखो लड़ाई झगड़ा हर रोज करता है, क्योंकि सतगुरां दे तीन पुत्र ने। सब तो वड्डा पिरथी चंद है, दूसरा गुरमुखो बाबा महादेव जी ने। इन्हां दा माया दे नाल, संसार दे रसां दे नाल कोई प्यार नहीं, संसार दे रसां दे नाल कोई लेना देना नहीं, बस रब दी इबादत विच लगे रहिंदे ने। साधु सुभाव है। तीसरा गुरु अर्जुन देव पातशाह जी सब तो छोटे ने पर सब तो वध आग्याकारी ने। जे पातशाह जी क्यों कुछ भी काम कहते ने ते गुरमुखो गुरु नूं कदी जवाब नहीं दिता। सब तो वध गुरु की आग्याकारी ने ते गुरु का वचन मानते ने। पिरथी चंद सतगुरां ने हर एक बात ते झगड़ा करता है,
ਪਿਰਥੀ ਚੰਦ ਕਹਿੰਦਾ ਹੈ, ਜੇ ਮੈਂ ਗੁਰੂ ਘਰ ਦਾ ਪ੍ਰਬੰਧ ਨਾ ਸੰਭਾਲਾਂ, ਮੇਰੇ ਤੋਂ ਬਿਨਾਂ ਗੁਰੂ ਘਰ ਚੱਲੇਗਾ ਨਹੀਂ, ਕਿਉਂਕਿ ਲੰਗਰ ਮੈਂ ਚਲਾਉਣਾ ਹਾਂ, ਮਾਇਆ ਗੋਲਕ ਦੀ ਮੈਂ ਸੰਭਾਲਦਾ ਹਾਂ, ਸਭ ਕੁਝ ਮੈਂ ਸੰਭਾਲਦਾ ਹਾਂ, ਪ੍ਰਬੰਧ ਮੈਂ ਕਰਦਾ ਹਾਂ। ਜੇ ਤੁਹਾਡੇ ਹੱਥਾਂ ਵਿੱਚ ਪ੍ਰਬੰਧ ਆ ਜਾਵੇ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਹਿੰਦਾ ਹੈ, ਜੇ ਤੁਹਾਡੇ ਹੱਥਾਂ ਵਿੱਚ ਪ੍ਰਬੰਧ ਆ ਜਾਵੇ, ਤੁਸੀਂ ਤੇ ਉਜਾੜਾ ਪਾ ਦਿਓ। ਗੁਰੂ ਰਾਮਦਾਸ ਮਹਾਰਾਜ ਜੀ ਗੁਰਮੁਖੋ ਇਤਨੇ ਠਹਿਰਮੇ ਵਾਲੇ ਪਾਤਸ਼ਾਹ, ਕਿਉਂਕਿ ਸਤਿਗੁਰਾਂ ਨੇ ਬਾਣੀ ਦੇ ਵਿੱਚ ਵੀ ਕਿਹਾ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਕਿਸ ਵਾਸਤੇ ਪੁੱਤਰਾ ਆਪਣੇ ਬਾਪ ਦੇ ਨਾਲ ਝਗੜਾ ਹੈ। ਝਗੜਦਾ ਹੈ ਜਿਨ ਕੇ ਜਣੇ ਵਡੀਰੇ ਤੁਮ ਹੋ, ਜਿਨ੍ਹਾਂ ਦਾ ਜਣਿਆ ਤੂੰ ਹੈ। ਆਪਣੇ ਮਾਂ-ਬਾਪ ਆਪਣੇ ਬਜ਼ੁਰਗਾਂ ਦੇ ਨਾਲ ਝਗੜਾ ਕਰਨਾ ਹੈ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਉ ਝਗੜਤ ਪਾਪ। ਪਾਤਸ਼ਾਹ ਜੀ ਨੇ ਕਿਹਾ, ਸਭ ਤੋਂ ਵੱਡਾ ਪਾਪ ਆਪਣੇ ਬਜ਼ੁਰਗਾਂ ਦੇ ਨਾਲ ਝਗੜਾ ਕਰਨਾ ਹੈ, ਸਭ ਤੋਂ ਵੱਡਾ ਪਾਪ ਆਪਣੇ ਰੱਬ ਵਰਗੇ ਬਜ਼ੁਰਗਾਂ ਦੇ ਨਾਲ ਝਗੜਨਾ ਹੈ, ਬਜ਼ੁਰਗਾਂ ਨੂੰ ਕਬੂਲ ਬੋਲਣਾ ਹੈ। ਇਸ ਲਈ ਗੁਰਮੁਖੋ ਪਿਰਥੀ ਚੰਦ ਇੱਕ ਦਿਨ ਗੋਲਕ ਦੀ ਮਾਇਆ ਗਿਣ ਰਿਹਾ ਸੀ। ਭਾਨ ਵੜੀ ਸੀ, ਭਾਨ ਗਿਣਦਾ ਗਿਣਦਾ, ਭਾਨ ਗਿਣਦਿਆਂ ਹੱਥ ਕਾਲੇ ਹੋ ਜਾਂਦੇ ਨੇ। ਭਾਨ ਗਿਣਦਾ ਗਿਣਦਾ ਵਾਰ-ਵਾਰ ਆਪਣੇ ਹੱਥ ਚਾਦਰ ਦੇ ਨਾਲ ਪੂੰਝਿਆ ਕਰੇ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇਖ ਰਹੇ ਨੇ, ਵਾਰ-ਵਾਰ ਗਿਣਿਆ ਕਰੇ ਤੇ ਵਾਰ-ਵਾਰ ਆਪਣੇ ਹੱਥ ਚਾਦਰ ਦੇ ਨਾਲ ਪੂੰਝਿਆ ਕਰੇ। ਸਤਿਗੁਰੂ ਜੀ ਪਾਸ ਆਏ, ਕਹਿਣ ਲੱਗੇ, ਪਿਰਥੀ ਚੰਦ, ਸੰਸਾਰਕ ਮਾਇਆ ਗਿਣਦਾ ਗਿਣਦਾ ਕਿਤੇ ਮਨ ਇਤਨਾ ਕਾਲਾ ਨਾ ਕਰ ਲਈ, ਰੱਬ ਦੀ ਦਰਗਾਹ ਦੇ ਵਿੱਚ ਜਵਾਬ ਦੇਣਾ ਔਖਾ ਹੋ ਜਾਵੇ, ਤੈਨੂੰ ਕਰਮਾਂ ਦਾ ਲੇਖਾ ਦੇਣਾ ਔਖਾ ਹੋ ਜਾਵੇ। ਭਾਗਾਂ ਵਾਲਿਓ, ਸਤਿਗੁਰਾਂ ਨੇ ਸਿੱਖਿਆ ਬੜੀ ਵੱਡੀ ਦਿੱਤੀ। ਸੰਸਾਰ ਦੇ ਪਦਾਰਥਾਂ ਦੇ ਵਿੱਚ ਫਸਿਆ ਹੋਇਆ, ਸੰਸਾਰ ਦੀ ਮਾਇਆ, ਸੰਸਾਰ ਦੇ ਮੋਹ ਦੇ ਵਿੱਚ ਫਸਿਆ ਹੋਇਆ ਬੰਦਾ ਕਿਤੇ ਆਪਣੇ ਕਰਮ ਨਾ ਉਜਾੜ ਲਵੇ, ਬੰਦਾ ਕਿਤੇ ਆਪਣੀ ਕਿਸਮਤ ਨਾ ਉਜਾੜ ਲਵੇ, ਬੰਦਾ ਕਿਤੇ ਆਪਣਾ ਜੀਵਨ ਨਾ ਉਜਾੜ ਲਵੇ, ਕਿਉਂਕਿ ਸਭ ਤੋਂ ਵੱਡਾ ਮਨੋਰਥ, ਸਭ ਤੋਂ ਵੱਡਾ ਕਾਰਜ ਬੰਦੇ ਦਾ ਰੱਬ ਨੂੰ ਧਿਆਉਣਾ ਹੈ। ਗੁਰੂ ਪਾਤਸ਼ਾਹ ਜੀ ਨੇ ਬਾਣੀ ਅੰਦਰ ਕਹਿ ਦਿੱਤਾ, ਆਇਓ ਸੁਨਣ ਪੜਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ, ਬਿਰਥਾ ਜਨਮ ਪ੍ਰਾਣੀ ਭਈ ਪ੍ਰਾਪਤ, ਮਾਨੁਖ ਦੇਹਰੀਆ, ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਤੇਰਾ ਅਵਸਰ, ਅਵਸਰ ਤੋਂ ਭਾਵ ਮੌਕਾ, ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ, ਘਟ ਤੋਂ ਭਾਵ ਹਿਰਦਾ, ਭੀਤਰ ਤੋਂ ਭਾਵ ਨੇੜੇ। ਪਾਤਸ਼ਾਹ ਜੀ ਕਹਿ ਰਹੇ ਹਨ, ਆਪਣੇ ਹਿਰਦੇ ਅੰਦਰ ਰੱਬ ਨੂੰ ਤੱਕਣਾ ਕਰ, ਕਿਤੇ ਤੇਰੇ ਤੋਂ ਦੂਰ ਨਹੀਂ, ਤੇਰੇ ਹਿਰਦੇ ਅੰਦਰ ਹੈ, ਤੇਰੇ ਅੰਦਰ ਹੈ। ਇਸ ਲਈ ਗੁਰਮੁਖੋ ਪਾਤਸ਼ਾਹ ਜੀ ਕਹਿ ਰਹੇ ਹਨ, ਸੰਸਾਰਕ ਮਾਇਆ ਦੇ ਵਿੱਚ ਫਸਣ ਵਾਲੇ ਬੰਦੇ ਦੀ ਗੱਲ ਕੀਤੀ। ਕਹਿਣ ਲੱਗੇ, ਭਾਵੇਂ ਉਹ ਬੰਦਾ ਸਵਰਗ ਵਰਗੇ ਦੇਸ਼ ਵਿੱਚ ਵਸਦਾ ਹੋਵੇ, ਜੇ ਬੰਦਾ ਗੁਰਮੁਖੋ ਚੰਗੇ ਕਰਮ ਕਰੇਗਾ, ਮਨ ਨੂੰ ਸੰਤੁਸ਼ਟੀ ਹੈ, ਮਨ ਦੇ ਅੰਦਰ ਗੁਰਮੁਖੋ ਤ੍ਰਿਪਤੀ ਹੈ, ਰੱਜ ਹੈ। ਪਾਤਸ਼ਾਹ ਜੀ ਕਹਿ ਰਹੇ ਹਨ, ਐ ਬੰਦੇ, ਤੇਰਾ ਇਸ ਦੁਨੀਆ ਤੇ ਹੀ ਸਵਰਗ ਹੈ, ਨਰਕ ਸੁਰਗ ਇਸ ਦੁਨੀਆ ਤੇ ਨੇ। ਬੰਦਾ ਮਾੜੇ ਕਰਮ ਕਰੇਗਾ, ਦੁੱਖ ਭੋਗੇਗਾ, ਇਹ ਨਰਕ ਹੈ। ਗੁਰਮੁਖੋ ਚੰਗੇ ਕਰਮ ਕਰੇਗਾ, ਮਨ ਸੰਤੁਸ਼ਟ ਹੈ, ਮਨ ਖਿੜਿਆ ਹੋਇਆ ਹੈ। ਪਾਤਸ਼ਾਹ ਜੀ ਕਹਿ ਰਹੇ ਹਨ, ਇਹ ਸਵਰਗ ਹੈ। ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਮੇਂ ਦੀ ਵੰਡ ਨੂੰ ਨਹੀਂ ਮੰਨਦੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਰਕ ਸੁਰਗ ਨੂੰ ਨਹੀਂ ਮੰਨਦੀ। ਜਿਵੇਂ ਬਾਬਾ ਕਬੀਰ ਜੀ ਕਹਿ ਰਹੇ ਹਨ, ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਨ ਨਾ ਕਰਤੇ, ਆਪਣੇ ਗੁਰ ਪ੍ਰਸਾਦੇ। ਕਹਿਣ ਲੱਗੇ, ਮੈਂ ਆਪਣੇ ਗੁਰੂ ਦੇ ਪ੍ਰਸਾਦ, ਆਪਣੇ ਗੁਰੂ ਦੀ ਕਿਰਪਾ ਲਈ ਮੈਨੂੰ ਗੁਰੂ ਨੇ ਸਮਝਾ ਦਿੱਤਾ, ਬਖਸ਼ਿਸ਼ ਕੀਤੀ ਕਿ ਇਸ ਨਰਕ ਸੁਰਗ ਦੇ ਔਗਣਾ ਨੂੰ, ਨਰਕ ਸੁਰਗ ਦੀ ਵਿਚਾਰ ਨੂੰ ਪਾਤਸ਼ਾਹ ਜੀ ਕਹਿਣ ਲੱਗੇ, ਉਹ ਕਰਦੇ ਨੇ ਜਿਹੜੇ ਕੇਵਲ ਸੰਸਾਰਕ ਰਸਾਂ ਦੇ ਵਿੱਚ ਫਸੇ ਹੋਏ ਨੇ। ਤੇ ਰੱਬ ਨੂੰ ਧਿਆਉਣ ਵਾਲਾ ਇਸ ਤੋਂ ਵੀ ਉਤਲੇ ਰਸ ਨੂੰ ਪਹੁੰਚ ਜਾਂਦਾ ਹੈ। ਰੱਬ ਨੂੰ ਧਿਆਉਣ ਵਾਲਾ ਇਸ ਤੋਂ ਵੀ ਉਤਲੇ ਰਸ ਨੂੰ ਪਾ ਲੈਂਦਾ ਹੈ, ਕਿਉਂਕਿ ਨਰਕ ਸੁਰਗ ਤੋਂ ਵੀ ਵੱਡਾ ਰੱਬ ਜੀ ਦਾ ਨਾਮ ਹੈ। ਨਰਕ ਸੁਰਗ ਤੋਂ ਵੀ ਵੱਡਾ ਰੱਬ ਜੀ ਦੀ ਇਬਾਦਤ ਹੈ। ਜਿਸ ਨੇ ਗੁਰੂ ਕੀ ਇਬਾਦਤ ਕੀਤੀ ਤੇ ਜੀਵਨ ਸਫਲ ਕਰ ਲਿਆ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਜਿਹੜੇ ਬੰਦੇ ਦੇ ਜੀਵਨ ਵਿੱਚ ਸਾਰੀਆਂ ਸਹੂਲਤਾਂ ਨੇ, ਸਾਰੇ ਸੁੱਖ ਨੇ, ਬਸੰਤ ਭਾਵ ਵਸਦੇ ਸਵਰਗ ਲੋਕ ਹੈ, ਸਵਰਗ ਵਰਗੇ ਲੋਕ ਵਿੱਚ ਘਰ ਵਿੱਚ ਵਸਦੇ ਹੋਣ। ਜਿਤ ਤੇ ਪ੍ਰਿਥਵੀ ਨਵ ਖੰਡਨ ਹੈ,
ਬੰਦਾ ਸਾਰੀ ਪ੍ਰਿਥਵੀ ਜਿੱਤ ਲਵੇ। ਨਵਖੰਡਨ ਤੋਂ ਭਾਵ ਪ੍ਰਿਥਵੀ ਵਰਗੇ 9 ਗ੍ਰਹਿਾਂ 9 ਧਰਤੀਆਂ ਤੇ ਹੋਰ ਰਾਜ ਕਰ ਲਵੇ। ਬਿਸਰੰਤ ਹਰ ਗੋਪਾਲ ਹੈ, ਰੱਬ ਜੀ ਦਾ ਨਾਮ ਵਿਸਰ ਗਿਆ, ਗੁਰੂ ਨੂੰ ਭੁਲਾ ਦਿੱਤਾ, ਰੱਬ ਦੀ ਇਬਾਦਤ ਭੁਲਾ ਦਿੱਤੀ। ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਨ ਹੈ। ਪਾਤਸ਼ਾਹ ਜੀ ਕਹਿ ਰਹੇ ਹਨ ਉਹ ਪ੍ਰਾਣੀ ਉਹ ਬੰਦਾ ਇਸ ਤਰ੍ਹਾਂ ਹੈ ਜਿਵੇਂ ਭਿਆਨਕ ਜੰਗਲ ਵਿੱਚ ਭਟਕ ਰਿਹਾ ਹੋਵੇ। ਉਦਿਆਨ ਤੋਂ ਭਾਵ ਜੰਗਲ, ਭਰਮਨ ਹੈ ਤੋਂ ਭਾਵ ਭਟਕਣਾ। ਇਸ ਜੰਗਲ ਦੇ ਵਿੱਚ ਭਟਕ ਰਿਹਾ। ਪਾਤਸ਼ਾਹ ਜੀ ਕਹਿ ਰਹੇ ਹਨ ਰੱਬ ਜੀ ਦਾ ਨਾਮ ਉਹ ਰਸਤਾ ਹੈ। ਗੁਰੂ ਕੇ ਨਾਮ ਤੋਂ ਬਿਨਾ ਇਹ ਸੰਸਾਰ ਇਹ ਦੁਨੀਆ ਭਿਆਨਕ ਜੰਗਲ ਹੈ। ਪਾਤਸ਼ਾਹ ਜੀ ਕਹਿ ਰਹੇ ਹਨ ਇਸ ਜੰਗਲ ਦੇ ਵਿੱਚੋਂ ਨਿਕਲਣ ਦਾ ਰਸਤਾ ਤੈਨੂੰ ਕੋਈ ਨਹੀਂ ਮਿਲੇਗਾ। ਗੁਰੂ ਕਾ ਨਾਮ ਉਹ ਰਸਤਾ ਤੈਨੂੰ ਦਿਖਾਉਂਦਾ ਹੈ ਸਿੱਖਾ। ਇਸ ਰਸਤੇ ਤੋਂ ਚੱਲ ਕੇ ਤੂੰ ਰੱਬ ਨੂੰ ਪਾ ਸਕਦਾ ਹੈ। ਨਹੀਂ ਤੇ ਬੰਦਾ ਸੰਸਾਰ ਦੇ ਮਾਇਆ, ਸੰਸਾਰ ਦੇ ਜਾਲ, ਸੰਸਾਰ ਦੇ ਪਦਾਰਥਾਂ ਦੇ ਵਿੱਚ ਇਸ ਦਲਦਲ ਅੰਦਰ ਇਤਨਾ ਫਸਿਆ ਹੋਇਆ ਹੈ। ਬੰਦਾ ਕਹਿੰਦਾ ਹੈ ਮੈਂ ਆਹ ਕੰਮ ਨਾ ਕਰਾਂ ਤਾਂ ਮੇਰਾ ਸਰੇਗਾ ਨਹੀਂ, ਮੇਰਾ ਟਾਈਮ ਨਹੀਂ ਲੱਗਦਾ, ਮੈਂ ਗੁਰੂ ਘਰ ਜਾਵਾਂ। ਗੁਰਮੁਖੋ ਬੰਦੇ ਦੇ ਕੰਮ ਮੁੱਕ ਜਾਂਦੇ ਨੇ, ਪਰ ਚੇਤਾ ਰੱਖਿਓ ਕੰਮ ਕਦੀ ਨਹੀਂ ਮੁੱਕਦੇ, ਬੰਦਾ ਮੁੱਕ ਜਾਂਦਾ ਹੈ, ਬੰਦੇ ਦੇ ਜੀਵਨ ਸਮਾਪਤ ਹੋ ਜਾਂਦਾ ਹੈ। ਪਰ ਗੁਰਮੁਖੋ ਜਿਹੜੇ ਕੰਮ ਬੰਦੇ ਦੇ ਹੁੰਦਿਆਂ ਚੱਲ ਰਹੇ ਸੀ ਉਹ ਕੰਮ ਬਾਅਦ ਵਿੱਚ ਵੀ ਚੱਲਦੇ ਨੇ। ਉਹ ਕੰਮ ਬੰਦੇ ਦੇ ਆਉਣ ਤੋਂ ਪਹਿਲਾਂ ਵੀ ਚੱਲ ਰਹੇ ਸਨ, ਪਰ ਬੰਦੇ ਨੂੰ ਵੱਡਾ ਭੁਲੇਖਾ ਹੈ ਮੇਰੇ ਕੋਲ ਗੁਰੂ ਘਰ ਆਉਣ ਦਾ ਟਾਈਮ ਵੀ ਨਹੀਂ, ਮੈਨੂੰ ਗੁਰੂ ਨੂੰ ਮਿਲਣ ਦਾ ਟਾਈਮ ਵੀ ਨਹੀਂ, ਗੁਰੂ ਕੋਲ 2 ਪਲ ਬੈਠਣ ਦਾ ਟਾਈਮ ਵੀ ਨਹੀਂ, ਕਿਉਂਕਿ ਮੇਰੇ ਕੰਮ ਬੜੇ ਵੱਡੇ ਨੇ, ਮੇਰੇ ਕੋਲ ਕੰਮ ਬੜੇ ਨੇ, ਮੇਰਾ ਟਾਈਮ ਨਹੀਂ ਲੱਗਦਾ। ਪਾਤਸ਼ਾਹ ਜੀ ਕਹਿ ਰਹੇ ਹਨ ਚੇਤਾ ਰੱਖੀ ਜਦੋਂ ਸਮਾਂ ਹੱਥ ਚੋਂ ਨਿਕਲ ਗਿਆ ਰੈਣ ਵਿਹਾਣੀ ਪਛਤਾਣੀ। ਜਦੋਂ ਸਵਾਸ ਖਤਮ ਹੋ ਗਏ, ਜੀਵਨ ਸਮਾਪਤ ਹੋ ਗਿਆ, ਚੇਤਾ ਰੱਖੀ ਜਮਾਂ ਦੀ ਮਾਰ ਪਵੇਗੀ ਪਛਤਾਣੀ। ਫਿਰ ਪਛਤਾਏਗਾ ਜੋ ਜਮ ਆਏ ਕੇਸ ਗਹਿ ਪਟਕੈ, ਤਾਂ ਦਿਨ ਕਿਛ ਨਾ ਵਸਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾਂ ਖਾਹੇਗਾ। ਫਿਰ ਜਮਾਂ ਦੀ ਮਾਰ ਪੈਣੀ ਹੈ, ਚੋਟਾਂ ਪੈਣਗੀਆਂ ਨੇ। ਪਾਤਸ਼ਾਹ ਜੀ ਕਹਿ ਰਹੇ ਹਨ ਫਿਰ ਪਛਤਾਏਗਾ, ਫਿਰ ਸਮਾਂ ਉਹ ਹੱਥ 'ਚ ਨਹੀਂ ਆਉਣਾ। ਇਸ ਲਈ ਗੁਰਮੁਖੋ ਹੱਥ ਮਰੋੜੈ ਤਨ ਖਪੈ, ਸਿਆਹੋ ਹੋਆ ਸੇਤ। ਫਿਰ ਆਪਣੇ ਹੱਥ ਮਰੋੜੇਗਾ, ਤਨ ਕਪੇਗਾ, ਮਨ ਕਪੇਗਾ, ਕਲਪੇਗਾ। ਫਿਰ ਪਾਤਸ਼ਾਹ ਜੀ ਕਹਿ ਰਹੇ ਹਨ ਸਮਾਂ ਹੱਥ 'ਚ ਨਹੀਂ ਆਉਣਾ। ਇਸ ਲਈ ਭਾਗਾਂ ਵਾਲਿਓ ਇਹ ਜੀਵਨ ਬੜਾ ਕੀਮਤੀ ਹੈ। ਜਿਸ ਚੀਜ਼ ਨੂੰ ਦੁਨੀਆ ਦੇ ਲੋਕ ਕੀਮਤੀ ਮੰਨਦੇ ਨੇ, ਪਾਤਸ਼ਾਹ ਜੀ ਨੇ ਉਦਾਹਰਣ ਉਸੇ ਦੀ ਦੇ ਦਿੱਤੀ। ਦੁਨੀਆ ਕਹਿੰਦੀ ਹੈ ਹੀਰਾ ਬੜਾ ਕੀਮਤੀ ਹੈ, ਪਾਤਸ਼ਾਹ ਜੀ ਨੇ ਹੀਰੇ ਦੀ ਉਦਾਹਰਣ ਦੇ ਦਿੱਤੀ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਨਾਮ ਨਾ ਜਾਣਿਆ ਰਾਮ ਕਾ, ਮੂੜੇ ਫਿਰ ਪਾਛੈ ਪਛਤਾਏ ਰੇ। ਹੀਰੇ ਵਰਗਾ, ਹੀਰੇ ਤੋਂ ਅਨਮੋਲ ਕੀਮਤੀ ਤੇਰਾ ਜੀਵਨ ਹੈ। ਇਸ ਲਈ ਇਸ ਜੀਵਨ ਨੂੰ ਸੰਭਾਲ, ਇਸ ਜੀਵਨ ਦੇ ਵਿੱਚ ਆਪਣੇ ਸਵਾਸਾਂ ਨੂੰ ਸੰਭਾਲ। ਇੱਕ ਇੱਕ ਸਵਾਸ ਰੱਬ ਜੀ ਦੇ ਨਾਮ ਦੇ ਵਿੱਚ ਪਰੋ, ਕਿਉਂਕਿ ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਇੱਕ ਵੀ ਸਵਾਸ ਵਿਅਰਥ ਨਾ ਜਾਵੇ, ਜਿਹੜਾ ਆਵੇ ਰੱਬ ਜੀ ਦੀ ਯਾਦ ਵਿੱਚ ਆਵੇ। ਪਾਤਸ਼ਾਹ ਜੀ ਰਹਿਮਤ ਕਰਨ ਇੱਕੋ ਹੀ ਦਾਤਾ ਹੈ, ਹਰ ਇੱਕੋ ਦਾਤਾ ਮੰਗੀਐ, ਹਰ ਇੱਕ ਧਿਆਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਪਾਤਸ਼ਾਹ ਜੀ ਕਹਿਣ ਲੱਗੇ ਸਿੱਖਾ ਜੇ ਮੰਗਣਾ ਹੈ ਕੇਵਲ ਇੱਕੋ ਦਾਤੇ ਅਕਾਲ ਪੁਰਖ ਤੋਂ ਮੰਗ, ਜੇ ਉਸ ਦੇ ਸ਼ਰੀਕ ਤੋਂ ਮੰਗੇਗਾ, ਕਿਉਂਕਿ ਅੱਜ ਕੱਲ ਦੁਨੀਆ ਤੇ ਗੁਰਮੁਖੋ ਵੱਡੇ ਬਾਬੇ ਸ਼ਰੀਕ ਬਣੇ ਬੈਠੇ ਨੇ, ਜੋ ਆਪਣੇ ਪੈਰੀ ਹੱਥ ਲਵਾਉਂਦੇ ਨੇ, ਲੋਕਾਂ ਨੂੰ ਝੁਕਾਉਂਦੇ ਨੇ। ਪਾਤਸ਼ਾਹ ਜੀ ਕਹਿ ਰਹੇ ਹਨ ਬਾਣੀ ਵਿੱਚ, ਗੁਰੂ ਪਾਤਸ਼ਾਹ ਜੀ ਨੇ ਸਮਝਾਇਆ ਸਿੱਖਾ ਕੇਵਲ ਇੱਕ ਨੂੰ ਆਧਾਰ ਬਣਾ, ਕੇਵਲ ਇੱਕ ਤੋਂ ਮੰਗ, ਇੱਕ ਨੂੰ ਨਮਸਕਾਰ ਕਰ ਤੇ ਇੱਕ ਅੱਗੇ ਝੁਕ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ, ਮਿਲਦਾ ਕਿੱਦਾਂ ਹੈ, ਕਿਵੇਂ ਮਿਲੇਗਾ? ਸਤਿਗੁਰ ਪ੍ਰਸਾਦ, ਗੁਰੂ ਕੀ ਰਹਿਮਤ ਸਦਕਾ, ਗੁਰੂ ਕੀ ਸਿੱਖਿਆ ਸਦਕਾ, ਗੁਰੂ ਕੇ ਚਰਨਾਂ ਵਿੱਚ ਆ ਕੇ ਉਸ ਦਾਤੇ ਨਾਲ ਮਿਲਾਪ ਹੋ ਜਾਵੇਗਾ। ਕਿਉਂਕਿ ਗੁਰੂ ਪ੍ਰਸਾਦ ਤੋਂ ਭਾਵ ਗੁਰੂ ਪ੍ਰਸਾਦ ਰੂਪ ਹੋ ਕੇ ਵਰਤ ਰਿਹਾ ਹੈ, ਗੁਰੂ ਰਹਿਮਤ ਰੂਪ ਹੋ ਕੇ ਵਰਤ ਰਿਹਾ ਹੈ। ਪਰ ਗੁਰਮੁਖੋ ਗੁਰੂ ਦੀ ਬਖਸ਼ਿਸ਼ ਅਸੀਂ ਆਪਣੇ ਮਨ ਅੰਦਰ ਟਿਕਾਉਣੀ ਕਿਵੇਂ ਹੈ, ਇਹ ਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਨੇ। ਅੱਜ ਦਾ ਪਾਵਨ ਫਰਮਾਨ
ਭਗਤ ਰਵਿਦਾਸ ਜੀ ਦੀ ਪਾਵਨ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੈ ਕਿ ਬਖਸ਼ਿਸ਼ ਰਹਿਮਤ ਕਰ ਰਹੇ ਨੇ। ਆਓ ਰਹਾਉ ਵਾਲੇ ਬੰਦ ਤੋਂ ਸਮਝਣ ਦਾ ਯਤਨ ਕਰੀਏ ਜੇ। ਹਉ ਬਲ ਬਲ ਜਾਉ ਰਮਈਆ ਕਾਰਨੇ, हे ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਜੀ, ਮੈਂ ਤੇਰੇ ਤੋਂ ਬਲਿਹਾਰ ਹਾਂ, ਕੁਰਬਾਨ ਹਾਂ। ਬਲ ਬਲ ਤੋਂ ਭਾਵ ਬਲਿਹਾਰ ਜਾਣਾ, ਕੁਰਬਾਨ ਜਾਣਾ, ਸਦਕੇ ਜਾਣਾ। ਮੈਂ ਤੇਰੇ ਤੋਂ ਕੁਰਬਾਨ ਹਾਂ, ਬਲਿਹਾਰ ਹਾਂ, ਸਦਕੇ ਜਾਣਾ ਹਾਂ। ਕਾਰਨ ਕਵਨ ਅਬੋਲ, हे ਰੱਬ ਜੀ, ਤੇਰੇ ਕੀਤੇ ਕਾਰਨ ਮੈਨੂੰ ਬੋਲਣਾ ਨਹੀਂ ਆਉਂਦਾ, ਮੈਂ ਕੀ ਬੋਲ ਬੋਲਾਂ। ਤੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਭਗਤ ਰਵਿਦਾਸ ਜੀ ਬੇਨਤੀ ਕਰਨ ਦਾ ਢੰਗ ਸਿਖਾ ਰਹੇ ਨੇ। ਇਹ ਦੁਨੀਆ ਦੇ ਲੋਗੋ, ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਸ ਤਰ੍ਹਾਂ ਬੇਨਤੀ ਕਰੋ, ਨਿਮਾਣੇ ਹੋ ਕੇ, ਨਿਮਰਤਾ ਦੇ ਵਿੱਚ ਆ ਕੇ। ਕਾਰਨ ਤੇਰੇ ਕੀਤੇ ਸੰਸਾਰ ਤੇ ਸਾਰੇ ਕਾਰਜ ਹਨ, ਤੇ ਇਹਨਾਂ ਕਾਰਨਾਂ ਦੇ ਵਿੱਚੋਂ ਕਿਵੇਂ ਨਿਕਲਾਂ। ਕਵਨ ਅਬੋਲ, ਕਿਸ ਤਰੀਕੇ ਦੇ ਨਾਲ ਤੇਰੀ ਸਿਫਤੋ ਸਲਾਹ ਕਰਾਂ ਤੇ ਕਿਸ ਤਰੀਕੇ ਦੇ ਨਾਲ ਤੇਰੇ ਧੰਨਵਾਦ ਦੇ, ਤੈਨੂੰ ਗੁਣਾਂ ਨੂੰ ਧਿਆਵਾਂ, ਤੇਰੇ ਧੰਨਵਾਦ ਦੇ ਬੋਲ ਬੋਲਾਂ। ਇਸ ਲਈ ਸਤਿਗੁਰੂ ਜੀ ਕਹਿ ਰਹੇ ਨੇ, ਰਹਾਉ ਵਾਲੇ ਬੰਦ ਅੰਦਰ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਸਮਝਾਇਆ। ਆਰੰਭਤਾ ਵਿੱਚ ਰਹਿਮਤ ਵਰਸਾ ਰਹੇ ਹਨ ਜੇ। ਹਮ ਸਰ ਦੀਨਾ ਦਇਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਹਮ ਸਰ ਭਾਵ ਮੇਰੇ ਵਰਗਾ ਕੋਈ ਗਰੀਬ ਨਹੀਂ, ਕੰਗਾਲ ਨਹੀਂ, ਮੰਗਤਾ ਨਹੀਂ। ਤੇ हे ਅਕਾਲ ਪੁਰਖ ਜੀ, ਤੇਰੇ ਵਰਗਾ ਕੋਈ ਦਾਤਾ ਨਹੀਂ। ਹਮ ਸਰ ਦੀਨ, ਦੀਨ ਤੋਂ ਭਾਵ ਗਰੀਬ, ਦੀਨ ਤੋਂ ਭਾਵ ਨਿਵਾਣਾ, ਦੀਨ ਤੋਂ ਭਾਵ ਕੰਗਾਲ, ਦੀਨ ਤੋਂ ਭਾਵ ਮੰਗਤਾ। ਪਾਤਸ਼ਾਹ ਜੀ ਕਹਿ ਰਹੇ ਹਨ, ਦਇਆਲ ਨਾ ਤੁਮ ਸਰ, ਤੇਰੇ ਵਰਗਾ ਦੁਨੀਆ ਤੇ ਸੰਸਾਰ ਤੇ ਦਿਆਲੂ ਕੋਈ ਨਹੀਂ, ਤੇ ਤੇਰੇ ਵਰਗਾ ਦਇਆ ਕਰਨ ਵਾਲਾ, ਦਾਤਾ ਦੇਣ ਵਾਲਾ ਦਾਤਾ ਨਹੀਂ। ਕਹਿਣ ਲੱਗੇ, ਅਬ ਪਤਿਆਰ ਕਿਆ ਕੀਜੈ। ਪਤਿਆਰ ਤੋਂ ਭਾਵ ਪਰਤਾਵਾ ਲੈਣਾ, ਪਤਿਆਰ ਤੋਂ ਭਾਵ ਪਾਤਸ਼ਾਹ ਜੀ ਕਹਿ ਰਹੇ ਹਨ ਨਿਰੀਖਣ ਕਰਨਾ। हे ਅਕਾਲ ਪੁਰਖ ਜੀ, ਮੇਰਾ ਹੁਣ ਪਰਤਾਵਾ ਨਾ ਰਹੋ, ਮੇਰੇ ਮਨ ਅੰਦਰ ਤੇਰਾ ਨਾਮ ਵਸ ਗਿਆ ਹੈ। ਮੇਰੇ ਹੋਰ ਜੀਵਨ ਦੇ ਵਿੱਚੋਂ ਗੁਰੂ ਠਣਕਾ ਕੇ ਦੇਖਦਾ ਹੈ। ਪਾਤਸ਼ਾਹ ਜੀ ਭਗਤ ਰਵਿਦਾਸ ਜੀ ਕਹਿ ਰਹੇ ਨੇ, ਐ ਦੁਨੀਆ ਦੇ ਲੋਗੋ, ਉਸ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਇਸ ਤਰ੍ਹਾਂ ਸਮਰਪਿਤ ਹੋ ਜਾਓ, ਅਕਾਲ ਪੁਰਖ ਜੀ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਵਸ ਜਾਓ ਤੇ ਗੁਰੂ ਤੇਰੇ ਜੀਵਨ ਨੂੰ ਸ਼ਿੰਗਾਰ ਦੇਵੇ, ਤੇਰੇ ਜੀਵਨ ਨੂੰ ਗੁਰੂ ਸਵਾਰ ਦੇਵੇ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਹਮ ਸਰ ਦੀਨ, ਮੇਰੇ ਵਰਗਾ ਗਰੀਬ ਕੰਗਾਲ ਕੋਈ ਨਹੀਂ। ਦਇਆਲ ਨਾ ਤੁਮ ਸਰ, ਤੇਰੇ ਵਰਗਾ ਬਖਸ਼ਣਹਾਰ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ। ਅਬ ਪਤਿਆਰ ਕਿਆ ਕੀਜੈ ਰੱਬ ਜੀ, ਮੇਰਾ ਪਰਤਾਵਾ ਲੈਣ ਦੀ, ਨਿਰੀਖਣ ਕਰਨ ਦੀ ਲੋੜ ਨਹੀਂ, ਕਿਉਂਕਿ ਮੈਂ ਤੈਨੂੰ ਸਮਰਪਿਤ ਹੋ ਗਿਆ ਹਾਂ। ਤੇ ਅੱਗੇ ਸਤਿਗੁਰਾਂ ਨੇ ਰਹਿਮਤ ਕੀਤੀ, ਬਚਨੀ ਤੋਰ, ਮੈਂ ਤੇਰੇ ਬਚਨਾਂ ਨੂੰ, ਤੇਰੇ ਉਪਦੇਸ਼ ਨੂੰ, ਤੇਰੇ ਕਹੇ ਬੋਲਾਂ ਨੂੰ ਆਪਣੇ ਜੀਵਨ ਅੰਦਰ ਹੰਢਾ ਲਿਆ ਹੈ। ਮੋਰ ਮਨ ਮਾਨੈ, ਮੇਰਾ ਮਨ ਉਹਨਾਂ ਬਚਨਾਂ ਨੂੰ ਮੰਨ ਗਿਆ। ਮੋਰ ਤੋਂ ਭਾਵ ਮੇਰਾ, ਮੇਰਾ ਮਨ ਤੇਰੇ ਉਹਨਾਂ ਬਚਨਾਂ ਨੂੰ ਮੰਨ ਲਿਆ, ਤੇ ਉਹਨਾਂ ਬਚਨਾਂ ਨੂੰ ਮੰਨ ਕੇ ਮੇਰੇ ਜੀਵਨ ਦਾ ਆਧਾਰ ਬਣ ਗਿਆ। ਮੇਰੇ ਜੀਵਨ ਦੇ ਵਿੱਚ ਦੁੱਖ ਖਤਮ ਹੋ ਗਏ, ਮੇਰੇ ਜੀਵਨ ਵਿੱਚੋਂ ਕਲੇਸ਼ ਵਿਕਾਰ ਖਤਮ ਹੋ ਗਏ, ਮੇਰੇ ਜੀਵਨ ਵਿੱਚੋਂ ਰੋਗ ਭਰਮ ਖਤਮ ਹੋ ਗਏ, ਮੇਰੇ ਜੀਵਨ ਦੇ ਵਿੱਚ ਤੇਰਾ ਨਾਮ ਆ ਗਿਆ, ਤੇਰੀ ਬੰਦਗੀ ਆ ਗਈ। ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਜਨ ਕੋ ਪੂਰਨ ਦੀਜੈ, ਜਿਸ ਮਨੁੱਖ ਤੇ ਗੁਰੂ ਨੇ ਪੂਰੇ ਨੇ ਰਹਿਮਤ ਕਰ ਦਿੱਤੀ, ਪੂਰੇ ਨੇ ਕਿਰਪਾ ਕਰ ਦਿੱਤੇ, ਤੇ ਗੁਰਮੁਖੋ ਉਸ ਦੇ ਲਾਲਚ, ਵਿਕਾਰ, ਭਰਮ, ਪਖੰਡ ਸਾਰੇ ਖਤਮ ਹੋ ਗਏ। ਤੇ ਭਾਗਾਂ ਵਾਲਿਓ, ਜਿਹੜਾ ਬੰਦਾ ਲਾਲਚ ਵਿੱਚ, ਲੋਭ ਵਿੱਚ ਰਤਿਆ ਹੈ, ਪਾਤਸ਼ਾਹ ਜੀ ਕਹਿ ਰਹੇ ਹਨ ਗੁਰੂ ਦੀ ਕਿਰਪਾ ਤੋਂ ਅਧੂਰਾ ਹੈ। ਕਿਉਂਕਿ ਗੁਰਮੁਖੋ ਲਾਲਚੀ ਬੰਦੇ ਦਾ ਅਤੇ ਰਾਜਨੀਤਿਕ ਬੰਦੇ ਦਾ ਕੋਈ ਧਰਮ ਨਹੀਂ, ਕਿਉਂਕਿ ਲਾਲਚੀ ਬੰਦਾ ਵੀ ਥਾਂ ਥਾਂ ਤੇ ਝੂਠ ਬੋਲਦਾ ਹੈ। ਲਾਲਚੀ ਬੰਦਾ ਗੁਰਮੁਖੋ ਜਦੋਂ ਲਾਲਚ ਵਿੱਚ ਆ ਜਾਵੇ, ਹਲਕ ਜਾਵੇ, ਤੇ ਭਾਵੇਂ ਬੰਦੇ ਨੇ ਘਰ ਦੇ ਵਿੱਚ ਕੁੱਤਾ ਰੱਖਿਆ ਹੈ,
ਕੁੱਤਾ ਤੇ ਘੋੜਾ ਬੜੇ ਵਫਾਦਾਰ ਮੰਨੇ ਜਾਂਦੇ ਨੇ। ਤੇ ਭਾਗਾਂ ਵਾਲਿਓ, ਜਦੋਂ ਕੁੱਤਾ ਹਲਕ ਜਾਵੇ ਸਭ ਤੋਂ ਪਹਿਲੋਂ ਆਪਣੇ ਘਰ ਦੇ ਜੀਆਂ ਨੂੰ, ਆਪਣੇ ਮਾਲਕ ਨੂੰ ਵੱਢਦਾ ਹੈ। ਇਸ ਲਈ ਪਾਤਸ਼ਾਹ ਜੀ ਕਹਿਣ ਲੱਗੇ, ਜਦੋਂ ਬੰਦਾ ਲੋਭ ਦੇ ਵਿੱਚ ਹਲਕ ਜਾਵੇ, ਬੰਦਾ ਗੁਰਮੁਖੋ ਭਰਾ ਨਹੀਂ ਵੇਖਦਾ, ਬੰਦਾ ਭੈਣਾ ਭਰਾਵਾਂ ਮਾਂ ਬਾਪ ਨਹੀਂ ਵੇਖਦਾ, ਬੰਦਾ ਫਿਰ ਗੁਰਮੁਖੋ ਲੋਭ ਵਿੱਚ ਹਲਕ ਕੇ ਆਪਣੇ ਭਰਾਵਾਂ ਦਾ ਕਤਲ ਕਰਾ ਦਿੰਦਾ ਹੈ। ਬੜਾ ਦੁਨੀਆ ਤੇ ਸਮਾਜ ਤੇ ਐਸਾ ਦੌਰ ਚੱਲ ਰਿਹਾ ਹੈ। ਸਤਿਗੁਰਾਂ ਦੀ ਬਾਣੀ ਨੇ ਗੁਰਮੁਖੋ ਅਨੇਕਾਂ ਥਾਵਾਂ ਤੇ ਸਮਝਾਉਣਾ ਕੀਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦ ਚਮਕੌਰ ਦੀ ਗੜੀ ਛੱਡ ਕੇ ਦੋ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ, ਜਾਨੋਂ ਪਿਆਰੇ ਸਿੰਘਾਂ ਦੇ ਕੋਲੋਂ ਲੰਘ ਕੇ ਪਾਤਸ਼ਾਹ ਜੀ ਤਾੜੀ ਮਾਰ ਕੇ ਇਸ ਚਮਕੌਰ ਦੀ ਗੜੀ ਦੇ ਵਿੱਚੋਂ 10 ਲੱਖ ਦੇ ਘੇਰੇ ਦੇ ਵਿੱਚੋਂ ਨਿਕਲੇ। ਤੇ ਪਾਤਸ਼ਾਹ ਜੀ ਨੇ ਤਾੜੀ ਮਾਰ ਕੇ ਇਸ ਘੇਰੇ ਵਿੱਚੋਂ ਨਿਕਲਦਿਆਂ ਕਿਹਾ, ਪੀਰੇ ਹਿੰਦ ਮੇਰ ਵੱਧ, ਐ ਦੁਨੀਆ ਦੇ ਲੋਗੋ, ਗੁਰੂ ਗੋਬਿੰਦ ਸਿੰਘ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਕੋਈ ਰੋਕ ਸਕਦਾ ਹੈ ਤੇ ਰੋਕ ਲਓ। ਤੇ ਗੁਰਮੁਖੋ ਫੌਜ ਦੇ ਵਿੱਚ ਭਗਦੜ ਮਚ ਗਈ। ਕਿਸੇ ਤੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਫੜੇ ਨਹੀਂ ਗਏ। ਸਤਿਗੁਰੂ ਜੀ ਗੁਰਮੁਖੋ ਚਮਕੌਰ ਦੀ ਗੜੀ ਵਿੱਚੋਂ ਨਿਕਲਿਆ। ਸਤਿਗੁਰਾਂ ਨੂੰ 2 ਘੰਟੇ ਹੋ ਗਏ। ਅੱਗੇ ਇੱਕ ਨਗਰ ਆਇਆ। ਸਤਿਗੁਰੂ ਜੀ ਚੱਲ ਰਹੇ ਨੇ, ਨਾ ਪੈਰਾਂ ਵਿੱਚ ਜੋੜਾ ਹੈ, ਨਾ ਗੁਰਮੁਖੋ ਸਿਰ ਤੇ ਤਾਜ ਹੈ, ਨਾ ਸਿਰ ਤੇ ਕਲਗੀ ਹੈ, ਨਾ ਮੋਢੇ ਤੇ ਹੱਥ ਤੇ ਬਾਜ ਹੈ। ਸਤਿਗੁਰੂ ਜੀ ਸਭ ਕੁਝ ਪੰਥ ਨੂੰ ਸੌਂਪ ਕੇ ਆਪ ਪਾਤਸ਼ਾਹ ਜੀ ਨੰਗੇ ਪੈਰ ਚੱਲ ਪਏ, ਕਿਉਂਕਿ ਗੜੀ ਵਿੱਚੋਂ ਨਿਕਲਦਿਆਂ ਸਤਿਗੁਰਾਂ ਨੇ ਜੋੜਾ ਵੀ ਨਹੀਂ ਪਾਇਆ। ਕਹਿਣ ਲੱਗੇ, ਮੇਰੇ ਜਾਨੋਂ ਪਿਆਰੇ ਸਿੰਘ ਇਹ ਜੰਗੇ ਮੈਦਾਨ ਦੇ ਵਿੱਚ ਪਏ ਹੋਣਗੇ, ਕਿਸੇ ਦੀ ਦਸਤਾਰ ਖੁੱਲੀ ਹੋਵੇਗੀ, ਕਿਸੇ ਦੇ ਕੇਸ ਖੁੱਲੇ ਹੋਣਗੇ, ਕਿਸੇ ਦੇ ਕਕਾਰ ਕੇਸਾਂ ਤੋਂ ਅਲੱਗ ਹੋ ਗਏ ਹੋਣਗੇ। ਮੇਰੇ ਪੈਰ ਮੇਰੇ ਸਿੱਖਾਂ ਦੇ ਸਿਰ ਨੂੰ ਲੱਗਣਗੇ, ਵਾਲਾਂ ਨੂੰ ਲੱਗਣਗੇ, ਕੇਸਾਂ ਨੂੰ ਲੱਗਣਗੇ। ਮੈਂ ਨਹੀਂ ਚਾਹੁੰਦਾ ਮੇਰੇ ਸਿੱਖਾਂ ਦੇ ਕੇਸਾਂ ਦੀ ਬੇਅਦਬੀ ਹੋਵੇ। ਤੇ ਭਾਗਾਂ ਵਾਲਿਓ, ਅੱਜ ਅਸੀਂ ਨਾਈ ਦੀ ਦੁਕਾਨ ਤੇ ਜਾ ਕੇ ਆਪ ਬੈਠੇ ਹਾਂ। ਅੱਜ ਅਸੀਂ ਨਾਈ ਦੀ ਦੁਕਾਨ ਤੇ ਜਾ ਕੇ ਆਪ ਪੈਸੇ ਦੇ ਕੇ ਕੇਸ ਕਟਾਉਣੇ ਹਾਂ। ਗੁਰੂ ਕੀ ਸਿੱਖੀ ਨਹੀਂ ਸੰਭਾਲੀ ਤੇ ਘਰ ਵਿੱਚ ਭਾਗਾਂ ਵਾਲਿਓ ਅਸੀਂ ਸੁੱਖ ਚਾਹੁੰਦੇ ਹਾਂ। ਗੁਰੂ ਦੀ ਸਿੱਖੀ ਨਹੀਂ ਸੰਭਾਲੀ ਤੇ ਦੁਖੀ ਹੀ ਹੋਵਾਂਗੇ। ਗੁਰੂ ਦੇ ਬਚਨਾਂ ਨੂੰ ਨਹੀਂ ਮੰਨਿਆ, ਅੱਜ ਵੀ ਠੋਕਰਾਂ ਖਾਵਾਂਗੇ, ਕੱਲ ਵੀ ਠੋਕਰਾਂ ਖਾਵਾਂਗੇ। गुरु की सिक्खी संभाल के समझो गुरु की खुशी ले ली, गुरु की सिक्खी संभाल के गुरु का प्यार ले लिया। गुरु के गुरमुखो बचना नू मन के बंदे ने केस रखे, समझो गुरु ने प्यार दे नाल साडे सिर ते हथ रखिया है। बंदे ने कड़ा हथ विच पहनिया, समझो गुरु ने प्यार दे नाल साडा हथ आप पकड़िया होया है। बंदे ने गुरमुखो किरपान पाई, समझो गुरु ने अपनी गलवकड़ी दे विच लै लिया। इसे लई भागां वालिओ पंजे ककारां दा बड़ा वड्डा महत्व है, पंजे ककारां दी वड्डी वड्डी महानता है। गुरु गोबिंद सिंह पातशाह जी जद जा रहे ने, रस्ते विच एक पिंड आया, पिंड लाल वाई। ते गुरमुखो उस नगर दे विच पातशाह जी नगर तो बाहरों जा रहे ने। दो गुज्जर, क्योंकि दिन चढ़ चुका है, दो गुज्जर इत्थे मझां चरा रहे ने, पशु चरा रहे ने। उन्हां दी निगाह पई सामने गुरु गोबिंद सिंह पातशाह जी नूं तक्किया। गुरु गोबिंद सिंह पातशाह जी नूं तक के गुरमुखो दोनों गुज्जर आप समय सलाहां कर रहे ने। एक कहन लगा, ਉਹ ਸਾਹਮਣੇ ਲੱਗਦਾ ਹੈ ਗੁਰੂ ਗੋਬਿੰਦ ਸਿੰਘ ਜਾ ਰਹੇ ਨੇ, ਆਪਾਂ ਇਹਨਾਂ ਨੂੰ ਪਕੜਾ ਦਈਏ, ਹਕੂਮਤ ਨੂੰ ਪਕੜਾਈਏ, ਵੱਡਾ ਇਨਾਮ ਸਾਨੂੰ ਮਿਲੇਗਾ। ਗੁਰਮੁਖੋ ਦੋਨਾਂ ਨੇ ਸਲਾਹ ਕੀਤੀ। ਪਹਿਲਾ ਕਹਿਣ ਲੱਗਾ, ਤੁਹਾਨੂੰ ਕਿਵੇਂ ਪਤਾ ਹੈ? ਗੁਰੂ ਗੋਬਿੰਦ ਸਿੰਘ ਨੇ ਕਹਿਣ ਲੱਗੇ, ਇਲਾਕੇ ਦੇ ਵਿੱਚ ਰੌਲਾ ਬੜਾ ਪਿਆ ਹੈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਧਰ ਆਏ ਨੇ, ਚਮਕੌਰ ਦੀ ਜੰਗ ਦੇ ਵਿੱਚੋਂ ਨਿਕਲ ਕੇ ਇਸ ਇਲਾਕੇ ਵੱਲ ਆਏ ਨੇ। ਕਹਿਣ ਲੱਗਾ, ਹਕੂਮਤ ਨੂੰ ਪਕੜਾਈਏ, ਨਾਮ ਬੜਾ ਵੱਡਾ ਮਿਲੇਗਾ। ਗੁਰਮੁਖੋ ਦੋਨੋਂ ਗੁੱਜਰ ਸਤਿਗੁਰਾਂ ਦੇ ਸਾਹਮਣੇ ਵੱਡੀਆਂ ਲੰਮੀਆਂ ਡਾਂਗਾਂ ਲੈ ਕੇ ਗੁਰੂ ਕੇ ਸਾਹਮਣੇ ਹੋ ਗਏ। ਕਹਿਣ ਲੱਗੇ, ਤੁਸੀਂ ਗੁਰੂ ਗੋਬਿੰਦ ਹੋ, ਤੁਸੀਂ ਗੁਰੂ ਗੋਬਿੰਦ ਸਿੰਘ ਹੋ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬੜੇ ਠਹਿਰਮੇ ਦੇ ਨਾਲ, ਬੜੇ ਠਹਿਰਾਓ ਦੇ ਨਾਲ, ਪਿਆਰ ਦੇ ਨਾਲ ਜਵਾਬ ਦਿੱਤਾ। ਕਹਿਣ ਲੱਗੇ, ਹਾਂ, ਲੋਕ ਮੈਨੂੰ ਹੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਤੁਹਾਨੂੰ ਕੋਈ ਕੰਮ ਹੈ? ਕਹਿਣ ਲੱਗੇ, ਤੁਹਾਨੂੰ ਅਸੀਂ ਰੌਲਾ ਪਾਵਾਂਗੇ,
ਨਗਰ ਦੇ ਲੋਕ ਇਕੱਠੇ ਹੋ ਜਾਣਗੇ। ਅਸੀਂ ਤੁਹਾਨੂੰ ਪਕੜਾ ਕੇ ਹਕੂਮਤ ਕੋਲੋਂ ਵੱਡਾ ਇਨਾਮ ਪ੍ਰਾਪਤ ਕਰਾਂਗੇ, ਸਾਨੂੰ ਅਹੁਦੇ ਮਿਲਣਗੇ, ਇਨਾਮ ਮਿਲੇਗਾ, ਸਾਨੂੰ ਵੱਡੀ ਸਾਡਾ ਸਤਿਕਾਰ ਹੋਵੇਗਾ, ਇੱਜ਼ਤ ਮਾਣ ਹੋਵੇਗਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਲੱਗੇ ਤੁਹਾਨੂੰ ਇਨਾਮ ਚਾਹੀਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰਮੁਖੋ ਆਪਣੇ ਗੀਜੇ ਵਿੱਚ ਹੱਥ ਪਾਇਆ। ਪਾਤਸ਼ਾਹ ਜੀ ਨੇ ਸਿਉਣੇ ਜੜਤ ਮੋਤੀਆਂ ਦੀ ਮਾਲਾ ਕੱਢੀ। ਸਿਉਣੇ ਦੇ ਮੋਤੀ ਇਸ ਮਾਲਾ ਦੇ ਨੇ, ਉਹਨਾਂ ਨੂੰ ਮਾਲਾ ਦੇ ਦਿੱਤੀ। ਦੋਨੋਂ ਗੁਰਮੁਖੋ ਪਠਾਨ, ਦੋਨੋਂ ਗੁੱਜਰ ਉਸ ਮਾਲਾ ਦੇ ਮਣਕੇ ਗਿਣ ਲੱਗ ਗਏ। ਦੋਨਾਂ ਨੂੰ ਕਿਤਨੇ ਕਿਤਨੇ ਆਉਣਗੇ। ਦੋਨਾਂ ਨੇ ਮਾਲਾ ਦੇ ਮਣਕਿਆਂ ਦੀ ਵੰਡ ਕਰ ਲਈ ਤੇ ਗੁਰਮੁਖੋ ਦੋਨਾਂ ਦੇ ਮਨ ਵਿੱਚ ਫਿਰ ਲਾਲਚ ਆ ਗਿਆ। ਕਹਿਣ ਲੱਗੇ ਸਾਨੂੰ ਮਾਲਾ ਵੀ ਮਿਲ ਗਈ, ਹਕੂਮਤ ਤੋਂ ਵੀ ਇਨਾਮ ਲਈਏ, ਹਕੂਮਤ ਦੇ ਵਫਾਦਾਰ ਕਹਾਵਾਂਗੇ, ਇਨਾਮ ਪਾਵਾਂਗੇ ਤੇ ਵੱਡੇ ਅਹੁਦੇ ਪ੍ਰਾਪਤ ਕਰਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੋਂ ਨਿਕਲ ਗਏ ਤੇ ਭੱਜ ਕੇ ਫਿਰ ਸਤਿਗੁਰਾਂ ਦੇ ਅੱਗੇ ਚਲੇ ਗਏ। ਕਹਿਣ ਲੱਗੇ ਅਸੀਂ ਤੁਹਾਨੂੰ ਛੱਡਾਂਗੇ ਨਹੀਂ, ਪਕੜਾ ਕੇ ਇਨਾਮ ਪ੍ਰਾਪਤ ਕਰਾਂਗੇ, ਵੱਡੇ ਅਹੁਦੇ ਸਾਨੂੰ ਮਿਲਣਗੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿਣ ਲੱਗੇ ਗੁਜਰੋ ਤੁਸੀਂ ਹਲਕ ਗਏ ਹੋ, ਤੁਸੀਂ ਲਾਲਚ ਵਿੱਚ ਆ ਗਏ ਹੋ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੇ ਗੁਰਮੁਖੋ ਉਹਨਾਂ ਦੋਨਾਂ ਗੁਜਰਾਂ ਨੇ ਡਾਂਗਾਂ ਦਾ ਵਾਰ ਕੀਤਾ। ਸਤਿਗੁਰਾਂ ਨੇ ਸ਼ਮਸ਼ੀਰ ਮਿਆਨ ਵਿੱਚੋਂ ਕੱਢੇ, ਦੋਨਾਂ ਦਾ ਵਾਰ ਰੋਕਿਆ। ਦੋਨਾਂ ਤੇ ਭਰਮਾ ਐਸਾ ਵਾਰ ਸਤਿਗੁਰਾਂ ਨੇ ਕੀਤਾ, ਦੋਨੋਂ ਗੁਜਰ ਇੱਕ ਵਾਰ ਵਿੱਚ ਵੱਢ ਦਿੱਤੇ। ਤੇ ਪਾਤਸ਼ਾਹ ਜੀ ਕਹਿਣ ਲੱਗੇ ਗੁਜਰਾਂ ਨੂੰ, ਕਹਿਣ ਲੱਗੇ ਮੈਨੂੰ ਬੜਾ ਅਫਸੋਸ ਹੈ, ਮੈਂ ਤੁਹਾਨੂੰ ਮਾਰਨਾ ਨਹੀਂ ਚਾਹੁੰਦਾ ਸੀ, ਤੁਹਾਡੇ ਲਾਲਚ ਨੇ ਤੁਹਾਨੂੰ ਮਰਾ ਦਿੱਤਾ। ਇਸੇ ਤਰ੍ਹਾਂ ਭਾਗਾਂ ਵਾਲਿਓ ਬੰਦੇ ਦਾ ਲਾਲਚ ਬੰਦੇ ਨੂੰ ਮਰਾ ਦਿੰਦਾ ਹੈ। ਬੰਦਾ ਲਾਲਚ ਕਰੇਗਾ, ਉਹ ਲਾਲਚ ਹੀ ਬੰਦੇ ਨੂੰ ਲੈ ਡੁੱਬਦਾ ਹੈ। ਪਾਤਸ਼ਾਹ ਜੀ ਦੀਆਂ ਭੁਜਾਵਾਂ ਵਿੱਚ ਕਿਤਨਾ ਬਲ ਹੈ। ਗੁਰੂ ਸੂਰਵੀਰ ਨੇ, ਸੰਤ ਸਿਪਾਹੀ ਨੇ, ਯੋਧੇ ਨੇ। ਕਿਉਂਕਿ ਭਾਗਾਂ ਵਾਲਿਓ ਜੇ ਇੱਕ ਪੁੱਤ ਦੀ ਲਾਸ਼ ਸਾਹਮਣੇ ਪਈ ਹੋਵੇ ਬੰਦਾ ਢੇਰੀ ਢਾਕ ਕੇ ਬਹਿ ਜਾਂਦਾ ਹੈ। ਬੰਦਾ ਗੁਰਮੁਖੋ ਆਪਣਾ ਕਹਿ ਦਿੰਦਾ ਹੈ ਸਭ ਕੁਝ ਹਾਰ ਗਿਆ, ਮੇਰੀ ਦੁਨੀਆ ਲੁੱਟ ਗਈ। ਪਾਤਸ਼ਾਹ ਜੀ ਦੋ ਪੁੱਤਰਾਂ ਦੇ ਸ਼ਰੀਰਾਂ ਕੋਲੋਂ ਆਏ, ਜਾਨੋਂ ਪਿਆਰੇ ਸਿੰਘਾਂ ਕੋਲੋਂ ਆਏ, ਫਿਰ ਵੀ ਰੱਬ ਦਾ ਸ਼ੁਕਰਾਨਾ ਕਰ ਰਹੇ ਨੇ। ਇਸੇ ਮਾਛੀਵਾੜੇ ਦੇ ਜੰਗਲ ਵਿੱਚ ਪਾਤਸ਼ਾਹ ਜੀ ਕਹਿ ਰਹੇ ਹਨ ਯਾਰ ਅੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਪਾਤਸ਼ਾਹ ਜੀ ਕਹਿਣ ਲੱਗੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਹੈ ਰੱਬ ਜੀ ਮੈਂ ਤੇਰਾ ਸ਼ੁਕਰਾਨਾ ਕਰਾਂ, ਮੈਂ ਤੈਨੂੰ ਆਪਣੇ ਮਰੀਦਾਂ ਦਾ ਮੇਰਾ ਹਾਲ ਸੁਣ। ਤੇ ਗੁਰਮੁਖੋ ਇਸੇ ਜੰਗਲ ਦੇ ਵਿੱਚ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲ ਦੇ ਵਿੱਚ ਰੱਬ ਦਾ ਸ਼ੁਕਰਾਨਾ ਕਰ ਰਹੇ ਨੇ। ਜਿਹੜੇ ਸਤਿਗੁਰੂ ਜੀ ਮਖਮਲੀ ਸੇਜਾਂ ਤੇ ਪੈਣ ਵਾਲੇ, ਉਹ ਸਤਿਗੁਰੂ ਜੀ ਅੱਜ ਰੋੜਾਂ ਦੀ ਵਿਛਾਈ ਧਰਤੀ ਤੇ ਲੇਟੇ ਹੋਏ ਨੇ। ਇਸੇ ਲਈ ਭਾਗਾਂ ਵਾਲਿਓ ਕਹਿਣ ਤੋਂ ਭਾਵ, ਇਸ ਵਾਰਤਾ ਨੂੰ ਸੁਣਾਉਣ ਤੋਂ ਭਾਵ ਬੰਦਾ ਲਾਲਚ ਵਿੱਚ ਆ ਕੇ, ਲੋਭ ਵਿੱਚ ਆ ਕੇ ਆਪਣਾ ਜੀਵਨ ਵੀ ਹਾਰ ਦਿੰਦਾ ਹੈ। ਲਾਲਚ ਲੋਭ ਵਿੱਚ ਆ ਕੇ ਆਪਣੇ ਰਿਸ਼ਤੇ ਵੀ ਵਿਗਾੜ ਲੈਂਦਾ ਹੈ। ਲਾਲਚ ਲੋਭ ਵਿੱਚ ਆ ਕੇ ਗੁਰਮੁਖੋ ਆਪਣੀ ਆਤਮਾ ਨੂੰ ਕਾਲਖ ਲਵਾ ਲੈਂਦਾ ਹੈ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ ਗੁਰੂ ਕੇ ਬਚਨਾਂ ਨੂੰ ਮਨ ਬਚਨੀ ਤੋਰ, ਮੋਰ ਮਨ ਮਾਨੈ। ਜਦੋਂ ਗੁਰੂ ਕੇ ਬਚਨਾਂ ਨੂੰ ਮੰਨੇਗਾ ਤੇਰਾ ਮਨ ਗੁਰੂ ਕੇ ਬਚਨਾਂ ਵਿੱਚ ਪਤੀਤ ਜਾਵੇਗਾ, ਮੰਨ ਜਾਵੇਗਾ। ਜਨ ਕੋ ਪੂਰਨ ਦੀਜਾ, ਜਦੋਂ ਪੂਰੇ ਗੁਰੂ ਨੇ ਰਹਿਮਤ ਕਰਕੇ ਕਿਰਪਾ ਕਰਕੇ ਸਾਡਾ ਜੀਵਨ ਤਬਦੀਲ ਕਰ ਦਿੱਤਾ। ਪਾਤਸ਼ਾਹ ਜੀ ਕਹਿ ਰਹੇ ਹਨ ਫਿਰ ਲੋਕ ਸੁਖੀਏ, ਪਰਲੋਕ ਸਹੇਲੇ ਹੋ ਜਾਵਾਂਗੇ। ਗੁਰੂ ਰਹਿਮਤ ਕਰੇ ਜੀ। ਸਤਿ ਰਹਿਮਤ ਪਾਤਸ਼ਾਹ ਜੀ ਕਰ ਰਹੇ ਨੇ, ਆਓ ਭਾਵਨਾ ਦੇ ਨਾਲ ਸਮਝੀਏ ਜੀ। ਸਤਿਗੁਰ ਆਇਓ ਸ਼ਰਨ ਤੁਹਾਰੀ, ਪੰਚਮ ਗੁਰਦੇਵ ਸਤਿਗੁਰੂ ਜੀ ਕਹਿ ਰਹੇ ਨੇ ਹੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ, ਮੈਂ ਤੇਰੀ ਸ਼ਰਨ ਆਇਆ ਹਾਂ, ਮੈਂ ਤੇਰੇ ਚਰਨਾਂ ਵਿੱਚ ਆਇਆ ਹਾਂ। ਆਪ ਰਹਿਮਤ ਕਰੋ, ਸੋਝੀ ਦੇਣੀ ਕਰੋ, ਮਤ ਦੇਣੀ ਕਰੋ। ਮੈਨੂੰ ਸੰਸਾਰ ਦੇ ਵਿੱਚ ਡਿੱਗਦੇ ਢਹਿੰਦੇ ਨੂੰ ਆਪਣਾ ਸਹਾਰਾ ਦਿਓ। ਕਿਉਂਕਿ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ ਸਿੱਖਾ ਜਦੋਂ ਗੁਰੂ ਕਾ ਸਹਾਰਾ, ਗੁਰੂ ਕੀ ਓਟ ਆਪਣੇ ਮਨ ਵਿੱਚ ਟਿਕਾ ਲਏ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ। ਜਿਸ ਸਿਮਰਤ ਸੁਖ ਹੋਏ, ਜਿਸ ਗੁਰੂ ਦੀ ਬਾਣੀ ਸਿਮਰਦਿਆਂ, ਜਿਸ ਗੁਰੂ ਦੀ ਗੋਦ ਵਿੱਚ ਬੈਠਿਆਂ, ਜਿਸ ਗੁਰੂ ਦੇ ਚਰਨਾਂ ਵਿੱਚ ਆਇਆ। ਪਾਤਸ਼ਾਹ ਜੀ ਕਹਿ ਰਹੇ ਨੇ ਜਿਸ ਸਿਮਰਤ
ਸੁਖ ਹੋਏ। ਜਿਸ ਨੂੰ ਸਿਮਰਦਿਆਂ ਜੀਵਨ ਅੰਦਰ ਸੁਖ ਆ ਜਾਣ, ਸਗਲੇ ਦੁਖ ਜਾਹੇ। ਤੇਰੇ ਜੀਵਨ ਵਿੱਚੋਂ ਸਾਰੇ ਦੁੱਖ ਢਹਿੰਦੀ ਕਲਾ ਪਾਤਸ਼ਾਹ ਜੀ ਕਹਿ ਰਹੇ ਹਨ ਖਤਮ ਹੋ ਜਾਵੇਗੀ। ਮਨ ਅੰਦਰ ਸੁਖ ਹੀ ਸੁਖ ਹੋਣਗੇ, ਕਿਉਂਕਿ ਸੰਤ ਸਾਜਨ ਭਏ ਸਰਸੇ। ਸਤਿਗੁਰਾਂ ਨੇ ਕਿਹਾ ਗੁਰੂ ਕੇ ਨਾਮ ਦੇ ਰਸ ਦੇ ਵਿੱਚ ਮਸਤ ਹੋ ਜਾਂਦੇ ਨੇ। ਸਰਸੇ ਤੋਂ ਭਾਵ ਸਾ ਰਸੇ, ਭਾਵ ਰਸ ਦੇ ਨਾਲ ਭਰਪੂਰ, ਰਸ ਦੇ ਵਿੱਚ ਰੰਗੇ ਗਏ। ਰਸ ਦੇ ਨਾਲ ਪਾਤਸ਼ਾਹ ਜੀ ਕਹਿ ਰਹੇ ਹਨ ਮਨ ਭਰ ਆਇਆ, ਰਸ ਦੇ ਨਾਲ ਮਨ ਆਨੰਦਿਤ ਹੋ ਗਿਆ। ਗੁਰੂ ਕੇ ਨਾਮ ਰੂਪੀ ਰਸ ਦੇ ਅੰਦਰ ਜਿਨ੍ਹਾਂ ਨੇ ਧਿਆਇਆ ਉਹ ਅਭੇਦ ਹੋ ਗਏ, ਗੁਰੂ ਕੇ ਨਾਮ ਰੂਪੀ ਰਸ ਦੇ ਅੰਦਰ ਮਸਤ ਹੋ ਗਏ। ਤੇ ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਦੋਂ ਸੱਚੇ ਦੀ ਬਾਣੀ ਨੂੰ ਸੁਣ ਲਿਆ, ਦੁੱਖ ਰੋਗ ਵਿਕਾਰ ਖੰਭ ਲਾ ਕੇ ਉੱਠ ਜਾਣਗੇ। ਭਾਗਾਂ ਵਾਲਿਓ, ਜਦੋਂ ਗੁਰੂ ਦੀ ਬਾਣੀ ਤੇ ਭਰੋਸਾ ਕੀਤਾ, ਇਹ ਨਹੀਂ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਤੇ ਵੀ ਆਏ, ਹੋਰ ਮੜੀਆਂ ਮਸਾਣਾ ਤੇ ਜਾ ਕੇ ਵੀ ਮੱਥੇ ਟੇਕੇ। ਗੁਰੂ ਇਸ ਚੀਜ਼ ਨੂੰ ਗੁਰਮੁਖੋ ਕਦੀ ਪ੍ਰਵਾਨ ਨਹੀਂ ਕਰਦਾ। ਪਾਤਸ਼ਾਹ ਜੀ ਨੇ ਬਾਣੀ ਅੰਦਰ ਸਮਝਾਉਣਾ ਕੀਤਾ, ਕਹਿਣ ਲੱਗੇ ਜਨ ਭੈ ਬਾਣੀ ਅਦਮ ਨ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਪਾਤਸ਼ਾਹ ਜੀ ਕਹਿ ਰਹੇ ਹਨ ਮੜੈ ਮਸਾਨ ਨਾ ਜਾਏ ਸਿੱਖਾ, ਕਦੀ ਮੜੀਆਂ ਮਸਾਣਾ ਤੇ ਮੱਥੇ ਨਾ ਟੇਕੀ। ਕਿਉਂਕਿ ਗੁਰਮੁਖੋ ਸਿੱਖ ਨੂੰ ਸਤਿਗੁਰਾਂ ਨੇ ਖਾਸ ਤੌਰ ਤੇ ਹਦਾਇਤ ਕਰ ਦਿੱਤੀ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨਾ ਆਨੈ। ਪਾਤਸ਼ਾਹ ਜੀ ਕਹਿ ਰਹੇ ਹਨ ਜਗ ਦੀ ਜੋਤ ਹਾਜ਼ਰ ਨਾਜ਼ਰ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਸਦਾ ਹੀ ਸਦੀਵ ਕਾਲ ਸਮਰਪਿਤ ਰਹੀ। ਪਾਤਸ਼ਾਹ ਜੀ ਕਹਿ ਰਹੇ ਹਨ ਗੁਰੂ ਤੋਂ ਮੁਨਕਰ ਹੋ ਕਰਕੇ ਮੜੀਆਂ ਮਸਾਣਾ ਤੇ ਜਾਏਗਾ ਤੇ ਗੁਰੂ ਵੀ ਤੇਰੇ ਤੇ ਕਦੀ ਭਰੋਸਾ ਵਿਸ਼ਵਾਸ ਨਹੀਂ ਕਰੇਗਾ। ਇਸ ਲਈ ਭਾਗਾਂ ਵਾਲਿਓ, ਗੁਰੂ ਤੋਂ ਸੁੱਖ ਲੈਣੇ ਚਾਹੁੰਦੇ ਹਾਂ। ਪਾਤਸ਼ਾਹ ਜੀ ਕਹਿ ਰਹੇ ਹਨ ਦੁਖ ਰੋਗ ਸੰਤਾਪ ਉਤਰੇ, ਦੁੱਖ ਰੋਗ ਵਿਕਾਰ ਤੇਰੇ ਜੀਵਨ ਵਿੱਚੋਂ ਚਿੰਤਾਵਾਂ ਝੋਰੇ ਖਤਮ ਹੋ ਜਾਣਗੇ। ਜਦੋਂ ਸੁਣੀ ਸੱਚੀ ਬਾਣੀ, ਜਦੋਂ ਸੱਚੇ ਦੀ ਬਾਣੀ ਨੂੰ ਮਨ ਕਰਕੇ ਸੁਣਨਾ ਕੀਤਾ। ਤੇ ਭਾਗਾਂ ਵਾਲਿਓ, ਜਦੋਂ ਗੁਰੂ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਜੀ ਇਧਰ ਰੀਠਾ ਸਾਹਿਬ ਵਾਲੀ ਸਾਈਡ ਗਏ ਤੇ ਭਾਗਾਂ ਵਾਲਿਓ ਸਤਿਗੁਰਾਂ ਨੇ ਰੀਠੇ ਦੇ ਪੇੜ ਦੇ ਥੱਲੇ ਬੈਠ ਕੇ ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦਾ ਕੀਰਤਨ ਕੀਤਾ। ਉਸ ਰੀਠੇ ਦੇ ਪੇੜ ਦੇ ਉੱਪਰ ਵੀ ਭਾਗਾਂ ਵਾਲਿਓ ਗੁਰੂ ਕੀ ਬਾਣੀ ਦਾ ਅਸਰ ਹੋ ਗਿਆ। ਅਸੀਂ ਹਰ ਰੋਜ਼ ਗੁਰੂ ਕੀ ਬਾਣੀ ਪੜ੍ਹਦੇ ਹਾਂ, ਹਰ ਰੋਜ਼ ਗੁਰੂ ਕੀ ਬਾਣੀ ਸੁਣਦੇ ਹਾਂ, ਪਰ ਸਾਡੇ ਤੇ ਅਸਰ ਨਹੀਂ ਹੋ ਰਿਹਾ। ਇੱਕ ਉਸ ਫਲਾਂ ਦੇ ਬੂਟੇ ਤੇ ਰੀਠੇ ਦਾ ਸੁਭਾਅ ਹੈ, ਬੜਾ ਕੌੜਾ ਹੈ, ਬੜਾ ਕੜਤਨ ਦੇ ਨਾਲ ਭਰਿਆ ਹੋਇਆ ਹੈ। ਜਿਸ ਪਾਸੇ ਗੁਰੂ ਪਾਤਸ਼ਾਹ ਜੀ ਬੈਠੇ ਸਨ, ਜਿਸ ਪੇੜ ਦੇ ਨੀਚੇ ਗੁਰੂ ਪਾਤਸ਼ਾਹ ਜੀ ਬੈਠੇ ਸਨ, ਕੇਵਲ ਉਸੇ ਸਾਈਡ ਵਾਲੇ ਜਿਸ ਸਾਈਡ ਗੁਰੂ ਨਾਨਕ ਦੇਵ ਮਹਾਰਾਜ ਬੈਠੇ ਸਨ, ਉਸੇ ਸਾਈਡ ਵਾਲੇ ਰੀਠੇ ਮਿੱਠੇ ਹੋਏ, ਦੂਸਰੀ ਸਾਈਡ ਵਾਲੇ ਰੀਠੇ ਕੌੜੇ ਸਨ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਭੁੱਖ ਲੱਗੀ ਹੈ, ਕੋਲ ਸਿੱਧ ਲੋਕ ਜੋਗੀ ਲੋਕ ਵੀ ਬੈਠੇ ਨੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆ ਭੁੱਖ ਲੱਗੀ ਹੈ, ਆ ਫਲ ਲੱਗੇ ਨੇ, ਆ ਫਲ ਛਕ ਲਓ। ਮਰਦਾਨਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਸਤਿਗੁਰਾਂ ਨੂੰ ਕਦੀ ਜਵਾਬ ਨਹੀਂ ਦਿੱਤਾ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਉਹ ਜੋਗੀ ਕਹਿਣ ਲੱਗੇ ਰੀਠੇ ਦਾ ਸੁਭਾਅ ਹੈ, ਬੜਾ ਕੌੜਾ ਹੈ, ਬੜਾ ਕੜਤਨ ਦੇ ਨਾਲ ਜ਼ਹਿਰ ਵਰਗਾ ਹੈ, ਕੜਤਨ ਨਾਲ ਭਰਿਆ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਮਰਦਾਨਿਆ ਰੀਠੇ ਤੋੜ ਆਪ ਵੀ ਛਕ, ਇਹਨਾਂ ਨੂੰ ਵੀ ਸਕਾ। ਤੇ ਗੁਰਮੁਖੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਮੰਨ ਕੇ ਮਰਦਾਨਾ ਜੀ ਨੇ ਰੀਠੇ ਤੋੜੇ, ਆਪ ਵੀ ਛਕੇ, ਉਹਨਾਂ ਸਾਧੂਆਂ ਨੂੰ ਵੀ ਸਕਾਉਣੇ ਕੀਤੇ। ਭਾਗਾਂ ਵਾਲਿਓ, ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉਹ ਸਾਧੂ ਵੀ ਗੁਰੂ ਨੂੰ ਨਤਮਸਤਕ ਹੋ ਗਏ, ਗੁਰੂ ਦੀ ਵਡਿਆਈ ਕਰਨ ਲੱਗੇ। ਕਿਉਂਕਿ ਭਾਗਾਂ ਵਾਲਿਓ ਗੁਰੂ ਪਾਤਸ਼ਾਹ ਜੀ ਨੇ ਐਸੀ ਰਹਿਮਤ ਵਰਸਾ ਦਿੱਤੀ, ਕਿਉਂਕਿ ਜਿਸ ਵੱਲ ਮੇਰੇ ਗੁਰੂ ਦੀ ਨਜ਼ਰ ਹੋ ਜਾਵੇ ਉਹਨਾਂ ਉਹ ਕੌੜਿਆਂ ਤੋਂ ਮਿੱਠੇ ਹੋ ਜਾਂਦੇ ਨੇ। ਇਸ ਲਈ ਭਾਗਾਂ ਵਾਲਿਓ ਜੇ ਗੁਰੂ ਨੂੰ ਸਮਰਪਿਤ ਹੋਵਾਂਗੇ, ਗੁਰੂ ਦੀ ਨਜ਼ਰ ਹੋ ਗਈ। ਚੇਤਾ ਰੱਖਿਓ ਕੁਕਰਮੀ ਦੰਭੀ ਪਾਪੀ ਵਕਾਰੀਆਂ ਤੋਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਗੁਰਮੁਖ ਬਣ ਜਾਵੇਂਗਾ। ਗੁਰਮੁਖ ਤਾਂ ਬਣੇਗਾ ਗੁਰੂ ਦੇ ਮੁਖ ਤੋਂ ਨਿਕਲਿਆ ਬਚਨ
ਜਦੋਂ ਜੀਵਨ ਅੰਦਰ ਕਮਾਇਆ, ਜੀਵਨ ਅੰਦਰ ਲਾਗੂ ਕਰ ਲਿਆ, ਜਿਸ ਵੱਲ ਗੁਰੂ ਦੀ ਨਜ਼ਰ ਹੋ ਜਾਵੇ ਉਸ ਦੇ ਜੀਵਨ ਵਿੱਚੋਂ ਵਕਾਰ, ਚੁਗਲੀ, ਨਿੰਦਿਆ, ਪਾਪ ਖਤਮ ਹੋ ਕੇ ਪਾਤਸ਼ਾਹ ਜੀ ਕਹਿ ਰਹੇ ਹਨ ਗੁਰੂ ਕੇ ਗਿਆਨ ਦੇ ਗੁਣ ਆ ਜਾਂਦੇ ਨੇ, ਗੁਰੂ ਕੀ ਬੰਦਗੀ ਵਾਲੇ ਗੁਣ ਆ ਜਾਂਦੇ ਨੇ, ਗੁਰੂ ਕੀ ਵਡਿਆਈ ਵਾਲੇ ਗੁਣ ਆ ਜਾਂਦੇ ਨੇ। ਇਹ ਭਾਗਾਂ ਵਾਲਿਓ ਡਿਸਾਈਡ ਅਸੀਂ ਕਰਨਾ ਹੈ ਕਿ ਸਤਿਗੁਰਾਂ ਦੀ ਬਾਣੀ ਸੁਣ ਪੜ ਵਿਚਾਰ ਕੇ ਗੁਰੂ ਦੀ ਬਾਣੀ ਤੇ ਭਰੋਸਾ ਕਰਕੇ ਆਪਣੀ ਮਤ ਨੂੰ ਡਿਵੈਲਪ ਕਰਨਾ ਹੈ, ਜਾਂ ਅਸੀਂ ਸੰਸਾਰ ਦੇ ਮਗਰ ਲੱਗ ਕੇ ਮੜੀਆਂ ਮਸਾਣਾ ਤੇ ਜਾ ਕੇ ਆਪਣੇ ਜੀਵਨ ਨੂੰ, ਆਪਣੇ ਜੀਵਨ ਪੱਧਰ ਨੂੰ ਨੀਚਾ ਲੈ ਕੇ ਜਾਣਾ ਹੈ, ਆਪਣੇ ਜੀਵਨ ਪੱਧਰ ਨੂੰ ਖਤਮ ਕਰ ਲੈਣਾ। ਇਹ ਸਾਡੇ ਤੇ ਡਿਪੈਂਡ ਹੈ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਬੰਦਾ ਸੁਤੰਤਰ ਹੈ, ਆਪੇ ਬੀਜ ਆਪੇ ਹੀ ਖਾ, ਜੈਸੇ ਬੀਜੇਗਾ ਤੈਸੇ ਤੇਰੇ ਕਰਮ ਬਣਨਗੇ। ਇਹ ਤੇਰੇ ਕਰਮਾਂ ਦੇ ਉੱਪਰ, ਤੇਰੇ ਕੰਮਾਂ ਦੇ ਉੱਪਰ ਨਵੇੜਾ ਹੋਣਾ ਹੈ, ਤੇਰੇ ਕੰਮਾਂ ਦੇ ਉੱਪਰ ਤੇਰੀ ਕਿਸਮਤ ਡਿਪੈਂਡ ਕਰਦੀ ਹੈ। ਬੰਦੇ ਨੇ ਜੈਸੇ ਕਰਮ ਕੀਤੇ ਵੈਸੇ ਹੀ ਗੁਰਮੁਖੋ ਇਸ ਨੂੰ ਭੋਗਣੇ ਪੈਣਗੇ, ਕਿਉਂਕਿ ਦੁਨੀਆ ਦੇ ਲੋਕ ਕਹਿੰਦੇ ਨੇ ਕਲਯੁਗ ਮਾੜਾ ਹੈ। 10 ਗੁਰੂ ਸਹਿਬਾਨ ਇਸੇ ਕਲਯੁਗ ਦੇ ਸਮੇਂ ਦੇ ਵਿੱਚ ਆਏ, ਪਰ ਗੁਰੂ ਨੇ ਬਾਣੀ ਦੇ ਵਿੱਚ ਕਲਯੁਗ ਨੂੰ ਮਾੜਾ ਨਹੀਂ ਕਿਹਾ। ਸਤਿਗੁਰਾਂ ਨੇ ਬਾਣੀ ਦੇ ਵਿੱਚ ਕਲਯੁਗ ਨੂੰ ਸਭ ਤੋਂ ਚੰਗਾ ਕਿਹਾ। ਅੱਜ ਕਿਸੇ ਨੂੰ ਕਿਹਾ ਜਾਵੇ ਗੁਰੂ ਘਰ ਆਇਆ ਕਰੋ ਜੀ, ਕਹਿਣ ਲੱਗੇ ਜੀ ਉੱਠਿਆ ਨਹੀਂ ਜਾਂਦਾ, ਕਲਯੁਗ ਦਾ ਜ਼ੋਰ ਹੈ। ਪਰ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਲਯੁਗ ਸਭ ਤੋਂ ਚੰਗਾ ਹੈ। ਦੂਸਰੇ ਲੋਕ, ਦੁਨੀਆ ਦੇ ਲੋਕ ਕਹਿੰਦੇ ਨੇ ਕਲਯੁਗ ਮਾੜਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬੋਲ ਸ਼ਰਵਣ ਕਰੀਏ। ਸਤਿਗੁਰੂ ਜੀ ਕਹਿ ਰਹੇ ਨੇ ਸਤਜੁਗ, ਤ੍ਰੇਤਾ, ਦੁਆਪਰ ਭਣੀਐ। ਸਤਜੁਗ ਅਤੇ ਤ੍ਰੇਤਾ, ਦੁਆਪਰ ਤਿੰਨੇ ਯੁੱਗਾਂ ਦੀ ਗੁਰੂ ਨੇ ਬਾਤ ਕੀਤੀ। ਕਹਿਣ ਲੱਗੇ ਭਣੀਐ, ਤਿੰਨਾਂ ਦੀ ਵਿਚਾਰ ਕਰੀਏ। ਸਤਜੁਗ, ਤ੍ਰੇਤਾ, ਦੁਆਪਰ ਭਣੀਐ, ਕਲਯੁਗੋ ਉਤਮੋ ਜੁਗਾ ਮਾਹੇ। ਕਹਿਣ ਲੱਗੇ ਪੁਰਾਣੇ ਯੁੱਗਾਂ ਦੇ ਵਿੱਚ ਬੰਦਾ ਕਰਮ ਕਰਦਾ ਸੀ, ਉਸ ਨੂੰ ਫਲ ਹਰਜਾਨਾ ਅੱਗੇ ਜਾ ਕੇ ਭੁਗਤਣਾ ਪੈਂਦਾ ਸੀ। ਪਰ ਚੇਤਾ ਰੱਖਿਓ ਕਲਯੁਗੋ ਉਤਮੋ ਜੁਗਾ ਮਾਹੇ। ਕਲਯੁਗ ਉਤਮ ਕਿਉਂ ਹੈ? ਇਹ ਕਰ ਕਰੇ ਸੋ ਇਹ ਕਰ ਪਾਏ। ਬੰਦਾ ਇੱਥੇ ਕੋ ਕਰਮ ਕਰਦਾ ਹੈ ਤੇ ਗੁਰਮੁਖੋ ਇੱਥੇ ਹੀ ਭੋਗਣੇ ਪੈਂਦੇ ਨੇ। ਨਰਕ ਸੁਰਗ ਹੋਰ ਉਤਾਂ ਕਿਤੇ ਨਹੀਂ। ਸਤਿਗੁਰੂ ਜੀ ਕਹਿ ਰਹੇ ਹਨ ਇੱਥੇ ਹੀ ਹੈ। ਚੇਤਾ ਰੱਖਿਓ। ਇਸ ਲਈ ਜੇ ਬੰਦਾ ਇੱਥੇ ਧੋਖਾ ਧੜੀ ਕਰੇਗਾ, ਬੰਦਾ ਕਿਸੇ ਵਾਸਤੇ ਟੋਆ ਪੁੱਟੇਗਾ, ਆਪ ਡਿੱਗੇਗਾ। ਬੰਦਾ ਕਿਸੇ ਨਾਲ ਇੱਕ ਦਾ ਧੋਖਾ ਕਰੇਗਾ, ਪਾਤਸ਼ਾਹ ਜੀ ਕਹਿ ਰਹੇ ਹਨ ਚੇਤਾ ਰੱਖੀ ਤੇਰੇ ਹਜ਼ਾਰਾਂ ਜਾਣਗੇ। ਇੱਕ ਦਾ ਕੀਤਾ ਧੋਖੇ ਨਾਲ ਇੱਕ ਕਮਾਇਆ, ਤੇਰੇ ਹਜ਼ਾਰਾਂ ਨੂੰ ਪਾਤਸ਼ਾਹ ਜੀ ਕਹਿ ਰਹੇ ਹਨ ਉਹਨਾਂ ਨੂੰ ਵੀ ਡੋਬ ਦੇਵੇਗਾ, ਉਹਨਾਂ ਨੂੰ ਵੀ ਲੈ ਕੇ ਡੁੱਬੇਗਾ। ਇਸ ਲਈ ਗੁਰਮੁਖੋ ਚੰਗੇ ਕਰਮ ਸਤਿਗੁਰਾਂ ਤੋਂ ਸਿੱਖੀਏ, ਚੰਗੇ ਗੁਣ ਆਪਣੇ ਜੀਵਨ ਅੰਦਰ ਕਮਾਈਏ, ਕਿਉਂਕਿ ਸਾਡੇ ਕਰਮਾਂ ਤੇ ਸਾਡੀ ਕਿਸਮਤ ਦਾ ਫੈਸਲਾ ਹੋਣਾ ਹੈ। ਕਿਸਮਤ ਅਸੀਂ ਆਪ ਬਣਾਉਣੀ ਹੈ। ਹੱਥਾਂ ਦੀਆਂ ਲਕੀਰਾਂ, ਮੱਥੇ ਦੀਆਂ ਲਕੀਰਾਂ ਅੰਦਰ ਕੁਝ ਨਹੀਂ। ਇਹ ਬੰਦੇ ਤੇ ਆਪ ਤੇ ਡਿਪੈਂਡ ਹੈ, ਬੰਦੇ ਨੇ ਕਰਮ ਕੈਸੇ ਕਰਨੇ ਨੇ ਤੇ ਉਹਨਾਂ ਕਰਮਾਂ ਤੇ ਗੁਰੂ ਨੇ ਨਿਵੇੜਾ ਕਰਨਾ ਹੈ। ਆਪੇ ਬੀਜ ਆਪੇ ਹੀ ਖਾਓ, ਜੈਸਾ ਬੀਜੈ ਸੋ ਲੁਣੈ। ਕਰਮਾ ਸੰਧੜਾ ਖੇਤ, ਜੈਸਾ ਬੀਜੇਗਾ ਤੈਸਾ ਹੀ ਫਲ ਪ੍ਰਾਪਤ ਹੋਵੇਗਾ। ਇਸ ਲਈ ਸਤਿਗੁਰ ਆਇਓ ਸ਼ਰਨ ਤੁਹਾਰੀ। ਸਤਿਗੁਰੂ ਜੀ ਮੈਂ ਤੁਹਾਡੀ ਸ਼ਰਨ ਵਿੱਚ, ਤੁਹਾਡੇ ਚਰਨਾਂ ਵਿੱਚ ਆਇਆ ਹਾਂ। ਮਿਲੈ ਸੁਖ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਸਿੱਖਾਂ ਦੇ ਸ਼ਰਨ ਵਿੱਚ ਆਇਆ ਹੈ ਤੇ ਚੇਤਾ ਰੱਖੀ ਇਹ ਗੁਣ ਆਪਣੇ ਜੀਵਨ ਅੰਦਰ ਅਪਣਾ ਲਈ, ਇਹ ਦਾਤਾਂ ਆਪਣੇ ਜੀਵਨ ਅੰਦਰ ਸੰਭਾਲ ਲਈ, ਇਹ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਟਿਕਾ ਲਈ। ਮਿਲੈ ਸੁਖ, ਸੁਖ ਤੇਰੇ ਜੀਵਨ ਅੰਦਰ ਆ ਜਾਣਗੇ। ਨਾਮ, ਰੱਬ ਜੀ ਦਾ ਨਾਮ, ਗੁਰੂ ਕੀ ਬੰਦਗੀ, ਗੁਰੂ ਕੇ ਗੁਣ, ਗੁਰੂ ਕੀ ਸਿਫਤੋ ਸਲਾਹ ਵਸ ਜਾਵੇਗੀ। ਹਰ ਸੋਭਾ ਜਦੋਂ ਤੇਰੇ ਅੰਦਰ ਨਾਮ ਵਸ ਗਿਆ, ਸੁਖ ਵੀ ਆ ਜਾਣਗੇ। ਰੱਬ ਜੀ ਦੇ ਨਾਮ ਸਦਕਾ ਸੰਸਾਰ ਦੇ ਅੰਦਰ ਸੋਭਾ ਹੋਵੇਗੀ, ਰੱਬ ਜੀ ਦੀ ਦਰਗਾਹ ਅੰਦਰ ਵਡਿਆਈ ਮਿਲੇਗੀ। ਚਿੰਤਾ ਲਾਹੇ ਹਮਾਰੀ। ਬੰਦੇ ਨੇ ਚੰਗੇ ਕੰਮ, ਚੰਗੇ ਕਰਮ ਕੀਤੇ, ਗੁਰੂ ਕੇ ਦਿਖਾਏ ਰਸਤੇ ਤੇ ਚੱਲਿਆ, ਗੁਰੂ ਨੇ ਚਿੰਤਾਵਾਂ ਝੋਰੇ, ਵਕਾਰ ਵੀ ਖਤਮ ਕਰ ਦਿੱਤੇ। ਇਸ ਲਈ ਭਾਗਾਂ ਵਾਲਿਓ ਗੁਰੂ ਕੀ ਬਾਣੀ ਪੜ੍ਹੀਏ, ਸੁਣੀਏ, ਵਿਚਾਰੀਏ, ਸਮਝੀਏ, ਤਾਂ ਕਿ ਜੀਵਨ ਵਿੱਚ ਲਾਗੂ ਕਰਕੇ ਲੋਕ ਸੁਖੀਏ, ਪਰਲੋਕ ਸਹੇਲੇ ਹੋ ਸਕੀਏ। ਇਸ ਲਈ
ਵੱਧ ਤੋਂ ਵੱਧ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰਿਆ ਕਰੋ ਜੀ। ਸੋ ਸਮੇਂ ਸੇਵਾ ਸ਼ਾਂਤੀ ਕੇ ਪੁੰਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪਾਵਨ ਵਾਕ ਹੈ। ਸਤਿਗੁਰਾਂ ਨੇ 740 ਅੰਕ ਤੇ ਇਸ ਹੁਕਮ ਨੂੰ ਸੁਭਾਏ ਮਾਨ ਕੀਤਾ ਹੈ ਕਿ ਰਹਿਮਤ ਗੁਰੂ ਪਾਤਸ਼ਾਹ ਜੀ ਸਾਡੇ ਤੇ ਕਰ ਰਹੇ ਨੇ। ਆਓ ਭਾਵਨਾ ਦੇ ਨਾਲ ਗੁਰ ਉਪਦੇਸ਼ ਨੂੰ ਰਲ ਮਿਲ ਕੇ ਵਿਚਾਰੀਏ, ਸਮਝੀਏ ਜੀ। ਰਹਿਨ ਨਾ ਪਾਵੈ ਸੁਰ ਨਰ ਦੇਵਾ। ਪਾਤਸ਼ਾਹ ਜੀ ਅੰਮ੍ਰਿਤ ਬਾਣੀ ਦੀ ਆਰੰਭਤਾ ਵਿੱਚ ਕਹਿ ਰਹੇ ਨੇ, ਸਿੱਖੋ ਇਸ ਦੁਨੀਆ ਤੇ ਸੰਸਾਰ ਤੇ ਸਰੀਰ ਕਰਕੇ ਕੋਈ ਨਹੀਂ ਰਹਿ ਸਕਿਆ, ਕਿਉਂਕਿ ਸਰੀਰ ਨਾਸਵਾਨ ਹੈ, ਸਰੀਰ ਖਤਮ ਹੋ ਜਾਣ ਵਾਲਾ ਹੈ। ਤੇ ਫਿਰ ਪਾਤਸ਼ਾਹ ਜੀ ਨੂੰ ਪੁੱਛੀਏ, ਪਾਤਸ਼ਾਹ ਜੀ ਸਦੀਵ ਕੌਣ ਰਹਿੰਦਾ ਹੈ? ਗੁਰੂ ਪਾਤਸ਼ਾਹ ਜੀ ਕਹਿ ਰਹੇ ਨੇ, ਬੰਦੇ ਦੇ ਚੰਗੇ ਕੰਮਾਂ ਕਰਕੇ ਬੰਦਾ ਜਿਉਂਦਾ ਰਹਿੰਦਾ ਹੈ। ਬੰਦੇ ਨੇ ਚੰਗੇ ਕੰਮ ਸਮਾਜ ਵਿੱਚ ਕੀਤੇ ਹੋਣਗੇ, ਗੁਰਮੁਖੋ ਉਹਨਾਂ ਕੰਮਾਂ ਕਰਕੇ ਦੁਨੀਆ ਉਸ ਨੂੰ ਯਾਦ ਕਰਦੀ ਰਹਿੰਦੀ ਹੈ, ਉਹਨਾਂ ਕੰਮਾਂ ਕਰਕੇ ਦੁਨੀਆ ਉਸ ਨੂੰ ਵਡਿਆਉਂਦੀ ਰਹਿੰਦੀ ਹੈ। ਤੇ ਜਿਸ ਨੇ ਦੁਨੀਆ ਦੇ ਵਿੱਚ ਕਰਮ ਮਾੜੇ ਕੀਤੇ, ਗੁਰਮੁਖੋ ਲੋਕ ਭਾਵੇਂ ਉਸ ਨੂੰ ਯਾਦ ਕਰਦੇ ਰਹਿਣ ਪਰ ਫਟਕਾਰਾਂ ਪਾਉਂਦੇ ਨੇ। ਇਸੇ ਲਈ ਸਾਹਿਬਜ਼ਾਦਿਆਂ ਨੇ ਸ਼ਹਾਦਤ ਸੰਸਾਰ ਦੇ ਲੋਕਾਂ ਵਾਸਤੇ ਦਿੱਤੀ, ਪਰ ਸਾਹਿਬਜ਼ਾਦਿਆਂ ਦਾ ਸਨਮਾਨ ਅੱਜ ਵੀ ਹੈ। ਔਰੰਗਜ਼ੇਬ ਨੇ ਗੁਰਮੁਖੋ ਤਸ਼ੱਦਦ ਕੀਤਾ, ਗੁਰੂ ਤੇ ਹਮਲਾ ਕਰਵਾਇਆ। ਪਾਤਸ਼ਾਹ ਜੀ ਗੁਰਮੁਖੋ ਗੁਰੂ ਕੀ ਵਡਿਆਈ ਲੋਕ ਕਰਦੇ ਨੇ, ਪਰ ਔਰੰਗਜ਼ੇਬ ਨੂੰ ਗੁਰਮੁਖੋ ਅੱਜ ਵੀ ਫਟਕਾਰਾਂ ਪੈਂਦੀਆਂ ਨੇ, ਔਰੰਗਜ਼ੇਬ ਨੂੰ ਅੱਜ ਵੀ ਲਾਹਨਤਾਂ ਪੈਂਦੀਆਂ ਨੇ, ਜਹਾਂਗੀਰ ਨੂੰ ਅੱਜ ਵੀ ਲਾਹਨਤਾਂ ਪੈਂਦੀਆਂ ਨੇ, ਜ਼ਕਰੀਏ ਵਰਗਿਆਂ ਨੂੰ ਅੱਜ ਵੀ ਲਾਹਨਤਾਂ ਪੈਂਦੀਆਂ ਨੇ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ, ਭਾਈ ਮਣੀ ਸਿੰਘ ਵਰਗੇ ਅਨੇਕਾਂ ਸ਼ਹਾਦਤਾਂ ਦੇਣ ਵਾਲੇ, ਪੰਥ ਤੋਂ ਮਰ ਮਿਟਣ ਵਾਲੇ ਮਰਜੀਵੜੇ ਸਿੱਖਾਂ ਨੂੰ ਗੁਰਮੁਖੋ ਦੁਨੀਆ ਅੱਜ ਵੀ ਵਡਿਆਉਂਦੀ ਹੈ। ਇਸ ਲਈ ਭਾਗਾਂ ਵਾਲਿਓ, ਪਾਤਸ਼ਾਹ ਜੀ ਕਹਿ ਰਹੇ ਨੇ, ਸਰੀਰ ਕਰਕੇ ਤੇ ਹਰ ਇੱਕ ਨੂੰ ਜਾਣਾ ਪਵੇਗਾ। ਸਾਡੇ 10 ਗੁਰੂ ਸਾਹਿਬਾਨ ਆਏ, ਗੁਰਮੁਖੋ ਸਰੀਰ ਕਰਕੇ ਉਹਨਾਂ ਨੂੰ ਵੀ ਇਹ ਸਰੀਰ ਦਾ ਚੋਲਾ ਤਿਆਗਣਾ ਪਿਆ, ਪਰ ਸਤਿਗੁਰਾਂ ਨੇ ਗੁਰਮੁਖੋ ਸਰੀਰ ਦੀ ਇੱਥੇ ਪਰਿਭਾਸ਼ਾ ਖਤਮ ਕਰਕੇ, ਸਤਿਗੁਰਾਂ ਨੇ ਸਰੀਰ ਦਾ ਆਕਾਰ ਖਤਮ ਕਰਕੇ ਤੇ ਗੁਰੂ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦੇ ਕੇ ਆਖਿਆ ਸੀ, ਅੱਜ ਤੋਂ ਬਾਅਦ ਹਾਜ਼ਰਾ ਹਜੂਰ ਜਾਹਰਾ ਹਜੂਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਿੱਖ ਪੰਥ ਦੇ 11ਵੇਂ ਗੁਰੂ ਨੇ। ਇਸ ਤੋਂ ਅੱਗੇ ਪਾਤਸ਼ਾਹ ਜੀ ਕਹਿ ਰਹੇ ਹਨ, ਸਰੀਰ ਦਾ ਕੋਈ ਗੁਰੂ ਨਹੀਂ ਹੋਵੇਗਾ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਮਾਨਿਓ ਗ੍ਰੰਥ ਸਾਰੀ ਸਿੱਖ ਪੰਥ ਨੂੰ ਹੁਕਮ ਹੈ, ਸਾਰੇ ਪੰਥ ਨੂੰ ਹੁਕਮ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਆਪਣਾ ਇਸ਼ਟ ਮੰਨਣਾ ਹੈ, ਗੁਰੂ ਮੰਨਣਾ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਤੋਂ ਕੋਈ ਗੱਲ ਪੁੱਛਣੀ ਹੋਵੇ, ਕਿਉਂਕਿ ਭਾਗਾਂ ਵਾਲਿਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਐਸਾ ਕੋਈ ਸਵਾਲ ਨਹੀਂ ਜਿਸ ਦਾ ਜਵਾਬ ਨਾ ਹੋਵੇ। ਤੂੰ ਭਾਵਨਾ ਦੇ ਨਾਲ, ਪਿਆਰ ਦੇ ਨਾਲ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰ। ਅਰਦਾਸ ਕਰਨ ਤੋਂ ਬਾਅਦ ਜਦੋਂ ਹੁਕਮ ਲਵੇਂਗਾ, ਚੇਤਾ ਰੱਖੀ ਤੇਰੀਆਂ ਗੱਲਾਂ ਦਾ ਗੁਰੂ ਪਾਤਸ਼ਾਹ ਜੀ ਜਵਾਬ ਦੇ ਦੇਣਗੇ। ਸਤਿਗੁਰਾਂ ਦੀ ਇਹ ਸਮਰੱਥਾ ਹੈ, ਕਿਉਂਕਿ ਗੁਰੂ ਸਮਰੱਥ ਹੈ, ਗੁਰੂ ਜੁਗੋ ਜੁਗ ਅਟਲ ਹੈ। ਇਸ ਲਈ ਭਾਗਾਂ ਵਾਲਿਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਉਹ 34 ਮਹਾਂਪੁਰਸ਼ ਬਿਰਾਜਮਾਨ ਨੇ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਅੰਕਿਤ ਹੈ। ਇੱਥੇ ਗੁਰਮੁਖੋ 10 ਗੁਰੂ ਸਾਹਿਬਾਨ, ਕਿਉਂਕਿ ਬਾਣੀ 6 ਗੁਰੂ ਸਾਹਿਬਾਨ ਦੀ ਦਰਜ ਹੈ। 10 ਗੁਰੂ ਸਾਹਿਬਾਨ ਹਾਜ਼ਰ ਨਾਜ਼ਰ ਨੇ। ਇੱਥੇ ਗੁਰਮੁਖੋ 15 ਭਗਤਾਂ ਦੀ ਜਿਨ੍ਹਾਂ ਦੀ ਬਾਣੀ ਦਰਜ ਹੈ, 4 ਗੁਰਸਿੱਖਾਂ ਦੀ ਬਾਣੀ ਦਰਜ ਹੈ, 11 ਭੱਟਾਂ ਦੀ ਬਾਣੀ ਦਰਜ ਹੈ, 6 ਗੁਰੂ ਸਾਹਿਬਾਨਾਂ ਦੀ ਬਾਣੀ ਦਰਜ ਹੈ। ਪਾਤਸ਼ਾਹ ਜੀ ਗੁਰਮੁਖੋ ਸਾਰੇ ਹਾਜ਼ਰ ਨਾਜ਼ਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਬੈਠੇ ਨੇ। ਇਸ ਲਈ ਸਾਡੀਆਂ ਇਹਨਾਂ ਗੱਲਾਂ ਦਾ, ਸਾਡੇ ਪੁਰਨਿਆਂ ਦਾ ਜਵਾਬ ਦੇਣ ਲਈ ਅਸੀਂ ਗੁਰੂ ਪਾਤਸ਼ਾਹ ਜੀ ਤੋਂ ਕਦੇ ਗੁਰਮੁਖੋ ਭਾਵਨਾ ਦੇ ਨਾਲ ਭਰੋਸਾ ਗੁਰੂ ਤੇ ਕਰਕੇ ਗੁਰੂ ਤੋਂ ਪੁੱਛੀਏ ਤੇ ਸਹੀ, ਗੁਰੂ ਹਰ ਬਾਤ ਦਾ ਜਵਾਬ ਦਿੰਦੇ ਨੇ।
ਇਸ ਲਈ ਪਾਤਸ਼ਾਹ ਜੀ ਕਹਿਣ ਲੱਗੇ, ਸਿੱਖਾ ਇਸ ਬਾਤ ਨੂੰ ਆਪਣੇ ਮਨ ਅੰਦਰ ਪੱਕਿਆ ਕਰ ਲੈ ਕਿ ਤੂੰ ਸੰਸਾਰ ਤੇ ਦੁਨੀਆ ਤੇ ਸਦੀਵ ਨਹੀਂ ਰਹਿਣਾ। ਇਹ ਸਰੀਰ ਤੇ ਤਿਆਗਣਾ ਪਵੇਗਾ। ਸਰੀਰ ਨਾਸਵਾਨ ਹੈ, ਖਤਮ ਹੋ ਜਾਣ ਵਾਲਾ ਹੈ, ਰਹਿਣ ਨਾ ਪਾਵੇ। ਇੱਥੇ ਕੋਈ ਨਹੀਂ ਰਹਿ ਸਕਿਆ। ਸੁਰ ਨਰ ਦੇਵਾ, ਸੁਰ ਤੋਂ ਭਾਵ ਦੇਵਤੇ, ਨਰ ਤੋਂ ਭਾਵ ਆਮ ਮਨੁੱਖ, ਸੰਸਾਰ ਤੇ ਰਹਿਣ ਵਾਲੇ। ਕਹਿਣ ਲੱਗੇ ਇੱਥੇ ਸੁਰ ਨਰ ਸੰਸਾਰ ਤੇ ਕੋਈ ਨਹੀਂ ਰਹਿ ਸਕਿਆ, ਨਾ ਦੇਵਤੇ, ਨਾ ਆਮ ਮਨੁੱਖ, ਨਾ ਅਸੁਰ ਰਹਿ ਸਕੇ। ਇਸ ਲਈ ਊਠ ਸਿਧਾਰੇ ਕਰ ਮਨ ਜਨ ਸੇਵਾ, ਐ ਬੰਦੇ ਰੱਬ ਜੀ ਦੀ ਇਬਾਦਤ ਕਰ। ਤੇ ਇੱਥੇ ਉਹ ਵੀ ਤੁਰ ਗਏ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸਨ ਰਿਸ਼ੀ ਮੁਨੀ। ਕਰ ਮਨ ਜਨ ਸੇਵਾ, ਇੱਥੇ ਰਿਸ਼ੀ ਵੀ ਤੁਰ ਗਏ, ਮੁਨੀ ਵੀ ਤੁਰ ਗਏ। ਇੱਥੇ ਗੁਰਮੁਖੋ ਦੁਨੀਆ ਦੇ ਵੱਡੇ ਵੱਡੇ ਰਾਜੇ ਵੀ ਤੁਰ ਗਏ। ਸੰਸਾਰ ਤੇ ਸਦੀਵ ਕੋਈ ਨਹੀਂ ਰਹਿੰਦਾ। ਇਸੇ ਤਰ੍ਹਾਂ ਇੱਕ ਸਾਧੂ ਹਰ ਰੋਜ਼ ਇੱਕ ਰਾਜੇ ਦੇ ਮਹਿਲ ਕੋਲ ਲੰਘਿਆ ਕਰੇ। ਸਾਧੂ ਦੀ ਉਮਰ ਬਜ਼ੁਰਗ ਹੈ, ਬਜ਼ੁਰਗ ਅਵਸਥਾ ਦੇ ਵਿੱਚ ਹੈ, 100 ਤੋਂ ਵੀ ਪਾਰ ਹੈ। ਤੇ ਭਾਗਾਂ ਵਾਲਿਓ, ਇਧਰ ਰਾਜੇ ਦੀ ਜੋ ਉਮਰ ਹੈ ਛੋਟੀ ਉਮਰ ਹੈ, ਨੌਜਵਾਨੀ ਦੇ ਵਿੱਚ ਹੈ। ਰਾਜਾ ਹਰ ਰੋਜ਼ ਆਪਣੇ ਮਹਿਲ ਦੇ ਉੱਪਰ ਖੜਾ ਆਪਣੀ ਪ੍ਰਜਾ ਨੂੰ ਦੇਖ ਰਿਹਾ ਹੈ। ਤੇ ਗੁਰਮੁਖੋ ਸਾਧੂ ਹਰ ਰੋਜ਼ ਲੰਘਦਾ ਹੈ। ਤੇ ਇੱਕ ਦਿਨ ਸਾਧੂ ਨੇ ਪੁੱਛਿਆ, ਇਹ ਮਹਿਲ ਕਿਸ ਦਾ ਹੈ? ਰਾਜਾ ਕਹਿਣ ਲੱਗਾ, ਮੇਰਾ ਹੈ। ਦੂਜੇ ਦਿਨ ਫਿਰ ਲੰਘਿਆ, ਫਿਰ ਪੁੱਛਿਆ, ਮਹਿਲ ਕਿਸ ਦਾ ਹੈ? ਰਾਜਾ ਕਹਿੰਦਾ, ਮੇਰਾ ਹੈ। ਹਰ ਰੋਜ਼ ਲੰਘਿਆ ਕਰੇ ਤੇ ਇੱਕੋ ਸਵਾਲ ਪੁੱਛਿਆ ਕਰੇ। ਇੱਕ ਦਿਨ ਰਾਜਾ ਬੜੇ ਗੁੱਸੇ ਦੇ ਵਿੱਚ ਸੀ। ਗੁਰਮੁਖੋ ਰਾਜੇ ਨੂੰ ਪੁੱਛਿਆ, ਸਾਧੂ ਨੇ, ਮਹਿਲ ਕਿਸ ਦਾ ਹੈ? ਕਹਿਣ ਲੱਗਾ, ਬਾਬਾ ਤੇਰਾ ਦਿਮਾਗ ਖਰਾਬ ਹੈ, ਹਰ ਰੋਜ਼ ਤੂੰ ਪਿਸਦਾ ਹੈ। ਇੱਥੇ ਮੇਰੇ ਰਾਜ ਦੇ ਵਿੱਚ ਕਿਸੇ ਬੱਚੇ ਨੂੰ ਵੀ ਪੁੱਛ ਲਓ, ਉਹ ਵੀ ਕਵੇਗਾ ਮਹਿਲ ਰਾਜੇ ਦਾ ਹੈ। ਤੇ ਗੁਰਮੁਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਕਹਿ ਰਹੀ ਹੈ, ਰਹਿਣ ਨਾ ਪਾਵੇ ਸੁਰ ਨਰ ਦੇਵਾ। ਪਾਤਸ਼ਾਹ ਜੀ ਕਹਿ ਰਹੇ ਹਨ, ਇੱਥੇ ਜਿਤਨੇ ਵੀ ਦੁਨੀਆ ਤੇ ਆਏ ਸਾਰੇ ਆਪੋ ਆਪਣੀ ਵਾਰੀ ਮੁਤਾਬਕ ਚਲੇ ਗਏ, ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਅੰਮ੍ਰਿਤ ਬਚਨਾਂ ਦੇ ਵਿੱਚ ਸਮਝਾਉਣਾ ਕੀਤਾ। ਸਾਧੂ ਕਹਿਣ ਲੱਗਾ ਮੈਂ ਵੀ ਨੌਜਵਾਨੀ ਦੇ ਵਿੱਚ ਸਾਂ। ਉਸ ਵਕਤ ਤੇਰਾ ਦਾਦਾ ਇੱਥੇ ਖੜਾ ਹੁੰਦਾ ਸੀ, ਮੈਂ ਉਸ ਨੂੰ ਵੀ ਪੁੱਛਿਆ ਸੀ, ਉਹ ਵੀ ਕਹਿੰਦਾ ਸੀ ਮਹਿਲ ਮੇਰਾ ਹੈ। ਉਸ ਤੋਂ ਬਾਅਦ ਤੇਰੇ ਤੋਂ ਬਾਅਦ ਤੇਰਾ ਪਿਤਾ ਵੀ ਇੱਥੇ ਖੜਾ ਹੁੰਦਾ ਸੀ, ਉਸ ਨੂੰ ਮੈਂ ਪੁੱਛਿਆ, ਉਹ ਵੀ ਕਹਿੰਦਾ ਮਹਿਲ ਮੇਰਾ ਹੈ। ਅੱਜ ਤੂੰ ਖੜਾ ਹੈ, ਤੂੰ ਵੀ ਕਹਿ ਰਿਹਾ ਹੈ ਮਹਿਲ ਮੇਰਾ ਹੈ। ਇੱਥੇ ਤੇਰਾ ਦਾਦਾ ਨਹੀਂ ਦਿਸਿਆ, ਇੱਥੇ ਤੇਰਾ ਪਿਓ ਨਹੀਂ ਦਿਸਿਆ, ਇੱਥੇ ਕੱਲ ਨੂੰ ਤੂੰ ਵੀ ਨਹੀਂ ਦਿਸੇਗਾ, ਤੇਰੇ ਬੱਚੇ ਹੋਣਗੇ ਆਉਣ ਵਾਲੇ ਸਮੇਂ ਵਿੱਚ, ਉਹ ਵੀ ਨਹੀਂ ਦਿਸਣਗੇ, ਕਿਉਂਕਿ ਮਹਿਲ ਤੇ ਉੱਥੇ ਦਾ ਉੱਥੇ ਹੀ ਖੜਾ ਹੈ। ਜਿਹੜੇ ਕਹਿੰਦੇ ਸਨ ਮਹਿਲ ਮੇਰਾ, ਪਰਜਾ ਮੇਰੀ, ਰਾਜ ਮੇਰਾ। ਤੇ ਗੁਰਮੁਖੋ ਸਾਧੂ ਕਹਿਣ ਲੱਗਾ, ਉਹ ਸਭ ਕੁਝ ਇੱਥੇ ਦਾ ਇੱਥੇ ਹੀ ਹੈ, ਪਰ ਮੇਰੀ ਕਰਨ ਵਾਲੇ ਚਲੇ ਗਏ। ਕਿਉਂਕਿ ਗੁਰਮੁਖੋ ਮਾਇਆ ਦਾ ਪਤੀ, ਮਾਇਆ ਨੂੰ ਸੰਭਣ ਵਾਲਾ ਬੰਦਾ ਕਹਿੰਦਾ ਹੈ ਇਹ ਮਾਇਆ ਮੇਰੀ ਹੈ, ਧਨ ਮੇਰਾ ਹੈ। ਪਰ ਗੁਰਮੁਖੋ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਜਿਸ ਬੰਦੇ ਨੇ ਮਾਇਆ ਨੂੰ ਸੰਭਿਆ, ਬੰਦਾ ਮਰੇਗਾ ਪਰ ਮਾਇਆ ਕਦੀ ਨਹੀਂ ਰੋਵੇਗੀ। ਗੁਰਮੁਖੋ ਕਈਆਂ ਨੂੰ ਇਹ ਵੀ ਹੁੰਦਾ ਹੈ ਸਵੇਰੇ ਸਵੇਰੇ ਡਰਾਵਣੀਆਂ ਗੱਲਾਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਇਹ ਸੱਚ ਦੱਸ ਰਹੀ ਹੈ, ਸਾਨੂੰ ਆਇਨਾ ਦਿਖਾ ਰਹੀ ਹੈ। ਨਾ ਕਿਸੇ ਦੇ ਆਉਣ ਦੇ ਕਹਿਣ ਦੇ ਨਾਲ ਉਮਰ ਵਧਣ ਲੱਗੀ ਹੈ, ਨਾ ਕਿਸੇ ਦੇ ਕਹਿਣ ਦੇ ਨਾਲ ਮੌਤ ਆਉਣ ਲੱਗੀ ਹੈ। ਇਹ ਤੇ ਆਪਣੇ ਸਮੇਂ ਤੇ ਗੁਰਮੁਖੋ ਆਉਣੀ ਹੀ ਆਉਣੀ ਹੈ, ਬੰਦਾ ਜਿਤਨਾ ਵੀ ਭੱਜ ਲਵੇ। ਇਸ ਲਈ ਸਤਿਗੁਰਾਂ ਦੀ ਬਾਣੀ ਸਮਝਾ ਰਹੀ ਹੈ, ਸਿੱਖਾ ਇਸ ਸਮੇਂ ਵਾਸਤੇ ਤਿਆਰ ਹੋ ਜਾ, ਆਪਣੇ ਆਪ ਨੂੰ ਤਿਆਰ ਕਰ ਲਾ। ਕਿਉਂਕਿ ਜੇ ਰੱਬ ਜੀ ਇਬਾਦਤ ਨਾ ਕੀਤੀ, ਸਿਮਰਨ ਭਜਨ ਦਇਆ ਨਹੀਂ ਕੀਨੀ, ਰੱਬ ਜੀ ਦਾ ਸਿਮਰਨ ਨਹੀਂ ਕੀਤਾ, ਰੱਬ ਜੀ ਦੀ ਬੰਦਗੀ ਨਹੀਂ ਕੀਤੀ, ਕਿਸੇ ਗਰੀਬ ਲੋੜਵੰਦ ਤੇ ਦਇਆ ਨਹੀਂ ਕੀਤੀ, ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਤਉ ਮੁਖ ਚੋਟਾਂ ਖਾਹੇਗਾ। ਸੰਸਾਰ ਦੇ ਵਿੱਚ ਚੋਟਾਂ ਪੈਣਗੀਆਂ। ਜੋ ਜਮ ਆਏ ਕੇਸ ਗਹਿ ਪਟਕੈ, ਜਮਾਂ ਦੀ ਮਾਰ ਪਵੇਗੀ, ਆ ਕੇ ਕੇਸਾਂ ਤੋਂ ਪਕੜ ਲੈਣਾ ਹੈ, ਕਿਉਂਕਿ ਕਾਲ ਸਿਰ ਤੇ ਮੰਡਰਾ ਰਿਹਾ ਹੈ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਜੋ ਜਮ ਆਏ ਕੇਸ ਗਹਿ ਪਟਕੈ, ਤਾਂ ਦਿਨ ਕਿਛ ਨਾ ਵਸਾਹੇਗਾ,
ਤਾਂ ਤੇਰੇ ਜੀਵਨ ਦੇ ਵਿੱਚ ਭਾਗਾਂ ਵਾਲਿਓ ਫਿਰ ਪਛਤਾਉਣ ਤੋਂ ਬਿਨਾ ਫਿਰ ਹੋਰ ਕੁਝ ਪੱਲੇ ਨਹੀਂ ਰਵੇਗਾ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਬੰਦੇ ਆਪਣੇ ਆਪ ਨੂੰ ਤਿਆਰ ਕਰ, ਆਪਣੇ ਮਨ ਨੂੰ ਤਿਆਰ ਕਰ ਲੈ। ਉਹ ਸਾਧੂ ਕਹਿਣ ਲੱਗਾ, ਇੱਥੇ ਬੜੇ ਦਾਅਵੇ ਕਰਦੇ ਸੀ, ਸਾਰੇ ਚਲੇ ਗਏ, ਰਾਜੇ ਨੂੰ ਵੀ ਸਮਝ ਆ ਗਈ। ਰਾਜਾ ਗੁਰਮੁਖੋ ਮਹਿਲ ਤੋਂ ਉਤਰਿਆ, ਸਾਧੂ ਦੇ ਕੋਲ ਆ ਕੇ ਬੈਠਾ, ਕਹਿਣ ਲੱਗਾ, ਮੈਨੂੰ ਇਹ ਜੀਵਨ ਸਵਾਰਨ ਵਾਸਤੇ ਸਮਝ ਦਿਓ। ਸਾਧੂ ਕਹਿਣ ਲੱਗਾ, ਤੂੰ ਸਾਧੂਆਂ ਦੀ ਸੰਗਤ ਕਰ, ਉਸ ਕਰਤਾਰ ਦੇ ਨਾਲ ਜੁੜ, ਉਸ ਕਰਤੇ ਦੀ ਇਬਾਦਤ ਕਰ, ਉਸ ਨੂੰ ਧਿਆਉਂਦਾ ਰਹਿ, ਗਰੀਬ ਲੋੜਵੰਦ ਦੀ ਮਦਦ ਕਰਦਾ ਰਹਿ, ਗਰੀਬ ਲੋੜਵੰਦ ਦੇ ਕੰਮ ਆ। ਜਿਸ ਨੂੰ ਕੱਪੜੇ ਦੀ ਲੋੜ ਹੈ ਕੱਪੜਾ ਦੇ, ਭੋਜਨ ਦੀ ਲੋੜ ਹੈ ਭੋਜਨ ਦੇ, ਜਿਸ ਚੀਜ਼ ਦੀ ਲੋੜ ਹੈ ਉਹ ਦੇ, ਕਹਿ ਕੇ ਇਹ ਧਨ ਇਹ ਸੰਸਾਰ ਦੀ ਮਾਇਆ ਨਾਲ ਨਹੀਂ ਜਾਵੇਗੀ। ਗਰੀਬਾਂ ਲੋੜਵੰਦਾਂ ਵਾਸਤੇ ਲੰਗਰ ਲਾ। ਫਿਰ ਰਾਜੇ ਨੇ ਗੁਰਮੁਖੋ ਧਰਮਸਾਲ ਬਣਵਾਈ, ਉਸ ਦੇ ਵਿੱਚ ਹਰ ਰੋਜ਼ ਰੱਬ ਜੀ ਦੀ ਇਬਾਦਤ ਹੁੰਦੀ ਹੈ। ਇਸ ਲਈ ਜਿਹੜਾ ਬੰਦਾ ਕਹਿੰਦਾ ਹੈ ਆ ਮੇਰਾ ਉਹ ਮੇਰਾ, ਪਾਤਸ਼ਾਹ ਜੀ ਕਹਿਣ ਲੱਗੇ, ਮੇਰੀ ਮੇਰੀ ਕਰਤੇ ਜਨਮ ਗਇਓ। ਬੰਦੇ ਦਾ ਮੇਰੀ ਮੇਰੀ ਕਰਦੇ ਦਾ ਜਨਮ ਸਮਾਪਤ ਹੋ ਜਾਂਦਾ ਹੈ। ਜਬ ਲਗ ਮੇਰੀ ਮੇਰੀ ਕਰੈ, ਜਦੋਂ ਤੱਕ ਮੇਰੀ ਮੇਰੀ ਕਰੇਗਾ ਤਬ ਲਗ ਕਾਜ ਏਕ ਨਹੀਂ ਸਰੈ, ਉਦੋਂ ਤੱਕ ਤੇਰਾ ਆਤਮਿਕ ਕਾਰਜ ਨਹੀਂ ਸਵਰੇਗਾ। ਜਬ ਮੇਰੀ ਮੇਰੀ ਮਿਟ ਜਾਏ, ਜਦੋਂ ਅੰਦਰ ਦੀ ਮੈਂ ਮੇਰੀ ਮਿਟ ਗਈ, ਤਬ ਲਗ ਕਾਜ ਸਵਾਰੈ ਆਏ, ਤਾਂ ਤੇਰੇ ਅੰਦਰ ਦੇ ਆਤਮਿਕ ਕਾਰਜ ਸਵਰ ਜਾਣਗੇ। ਤੇਰਾ ਸੰਸਾਰ ਤੇ ਆਉਣਾ ਸਫਲ ਹੋ ਜਾਵੇਗਾ, ਸੰਸਾਰ ਤੇ ਆਉਣਾ ਪ੍ਰਵਾਨ ਹੋ ਜਾਵੇਗਾ। ਆਪਣੇ ਸਵਾਸਾਂ ਨੂੰ ਸਮੇਂ ਨੂੰ ਸਫਲ ਕਰ ਲਵੇਂਗਾ। ਨਹੀਂ ਤੇ ਭਾਗਾਂ ਵਾਲਿਓ ਸੰਸਾਰ ਅੰਦਰ ਲੱਗ ਕੇ ਸੰਸਾਰ ਦੇ ਮੋਹ ਵਿੱਚ ਫਸ ਕੇ, ਗੁਰੂ ਪਾਤਸ਼ਾਹ ਜੀ ਬਾਬਾ ਫਰੀਦ ਜੀ ਕਹਿ ਰਹੇ ਨੇ, ਝੂਠੀ ਦੁਨੀਆ ਲੱਗ ਆਪ ਵੰਜਾਈ ਹੈ। ਬੰਦੇ ਨੇ ਗੁਰਮੁਖੋ ਝੂਠੀ ਦੁਨੀਆ ਦੇ ਵਿੱਚ ਫਸ ਕੇ ਆਪਣੇ ਪੈਰਾਂ ਨੂੰ ਆਪਣੇ ਆਪ ਜੰਜੀਰਾਂ ਪਾਲੀਆਂ ਨੇ। ਬਾਬਾ ਕਬੀਰ ਜੀ ਕਹਿ ਰਹੇ ਹਨ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਬੰਦੇ ਨੂੰ ਸਮਾਂ ਮਿਲਿਆ ਸੀ, ਬੰਦੇ ਨੂੰ ਸਵਾਸ ਮਿਲੇ ਸਨ, ਬੰਦੇ ਨੂੰ ਦੁਨੀਆ ਤੇ ਆਉਣ ਦਾ ਸਮਾਂ ਮਿਲਿਆ, ਪਰ ਬੰਦੇ ਨੇ ਕੀ ਕੀਤਾ, ਆਪਣੇ ਪੈਰ ਆਪਣੇ ਹੱਥ ਗੁਰਮੁਖੋ ਵਿਕਾਰਾਂ ਰੂਪੀ ਕੁਹਾੜੇ ਦੇ ਨਾਲ ਵੱਢ ਲਏ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਬੰਦੇ ਸੁਚੇਤ ਹੋਣਾ ਕਰ, ਗੁਰੂ ਕੇ ਚਰਨਾਂ ਦੀਆਂ ਹਾਜ਼ਰੀਆਂ ਭਰ, ਨਹੀਂ ਤੇ ਅੱਜ ਵੀ ਡੁੱਬੇਗਾ, ਕੱਲ ਵੀ ਡੁੱਬੇਗਾ। ਇਸ ਲਈ ਬਾਬਾ ਫਰੀਦ ਜੀ ਸਮਝਾ ਰਹੇ ਨੇ, ਬੰਦਾ ਸੁਚੇਤ ਹੋਵੇ, ਰੱਬ ਨੂੰ ਧਿਆਵੇ, ਉੱਠ ਫਰੀਦਾ ਉਜੂ ਸਾਜ, ਉੱਠ ਰੱਬ ਜੀ ਦੀ ਇਬਾਦਤ ਕਰ। ਤੇ ਗੁਰੂ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਵਿੱਚ ਕਹਿ ਰਹੇ ਨੇ, ਉੱਠ ਇਸ਼ਨਾਨ ਕਰੈ ਪ੍ਰਭਾਤੇ, ਸੋਏ ਹਰ ਅਰਾਧੇ। ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਐ ਸੌਣ ਵਾਲਿਓ, ਅੰਮ੍ਰਿਤ ਵੇਲਾ ਸੰਭਾਲੋ। ਅੰਮ੍ਰਿਤ ਵੇਲੇ ਦੀ ਜਦੋਂ ਜਾਗੋਗੇ, ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਹ ਵਡਿਆਈ ਵਿਚਾਰਨ ਦਾ ਸਮਾਂ ਹੈ, ਇਹ ਰੱਬ ਦੀ ਇਬਾਦਤ ਕਰਨ ਦਾ ਸਮਾਂ ਹੈ, ਇਹ ਕਰਤੇ ਨੂੰ ਧਿਆਉਣ ਦਾ ਸਮਾਂ ਹੈ। ਕਿਉਂਕਿ ਬੰਦਾ ਸੌਂ ਕੇ ਉੱਠਦਾ ਹੈ, ਦਿਮਾਗ ਫਰੈਸ਼ ਹੈ। ਸੰਸਾਰ ਦੇ ਝਮੇਲਿਆਂ ਦਾ ਉਦੋਂ ਅੰਮ੍ਰਿਤ ਵੇਲੇ ਗੁਰਮੁਖੋ ਜ਼ੋਰ ਨਹੀਂ ਹੁੰਦਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਅੰਮ੍ਰਿਤ ਵੇਲਾ ਸ਼ਾਂਤ ਹੈ। ਅੰਮ੍ਰਿਤ ਵੇਲੇ ਗੁਰੂ ਨੂੰ ਧਿਆ ਕੇ ਆਪਣੇ ਮਨ ਨੂੰ ਸ਼ਾਂਤ ਕਰ ਲੈ। ਅੰਮ੍ਰਿਤ ਵੇਲੇ ਵਿੱਚੋਂ ਵੀ ਗੁਰੂ ਨੇ ਬੜਾ ਵੱਡਾ ਸੰਕੇਤ ਦਿੱਤਾ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਊਠ ਸੁਧਾਰੇ, ਇਹ ਬੰਦੇ ਉੱਠ ਉਦਮ ਕਰ, ਸੁਧਾਰੇ ਕਰ ਮਨ ਜਨ ਸੇਵਾ। ਉਹਨਾਂ ਸਾਧੂਆਂ ਦੀ ਸੰਗਤ ਕਰ, ਰੱਬ ਦੇ ਪਿਆਰਿਆਂ ਦੀ ਸੰਗਤ ਕਰ, ਜਿਨ੍ਹਾਂ ਕਰਕੇ ਇਸ ਸੰਸਾਰ ਤੋਂ ਤਰ ਜਾਵੇਂਗਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਜਿਨ੍ਹਾਂ ਨੇ ਰੱਬ ਜੀ ਦੇ ਨਾਮ ਨੂੰ ਧਿਆਇਆ, ਰੱਬ ਜੀ ਦੀ ਦਰਗਾਹ ਅੰਦਰ ਉਹ ਜਿਉਂਦੇ ਵੇਖੇ ਜਾਂਦੇ ਨੇ। ਸੰਸਾਰ ਅੰਦਰ ਉਹ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਜਿਉਂਦੇ ਨੇ। ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਜਿਸ ਨੇ ਧਿਆਇਆ ਨਹੀਂ, ਉਹ ਆਤਮਿਕ ਮੌਤੇ ਮਰ ਗਏ, ਉਹ ਮੁਰਦੇ ਸਰੀਰ ਦੀ ਤਰ੍ਹਾਂ ਨੇ। ਕਿਉਂਕਿ ਅੰਦਰ ਮਰ ਗਿਆ, ਜ਼ਮੀਰ ਮਰ ਗਿਆ, ਕੇਵਲ ਲਾਸ਼ ਹੀ ਦੁਨੀਆ ਤੇ ਤੁਰੀ ਫਿਰਦੀ ਹੈ, ਮੈਂ ਕਰਦੀ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਜੀਵਤ ਪੇਖੇ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਉਹ ਜਿਉਂਦੇ ਦੇਖੇ ਜਾਂਦੇ ਨੇ। ਜਿਨੀ ਹਰ ਹਰ ਧਿਆਇਆ, ਜਿਨ੍ਹਾਂ ਨੇ ਰੱਬ ਜੀ ਦੇ ਨਾਮ ਨੂੰ ਧਿਆਇਆ। ਤੇ ਪਾਤਸ਼ਾਹ ਜੀ ਜਪੀਏ ਕਿਵੇਂ, ਧਿਆਈਏ ਕਿਵੇਂ? ਸਾਧ ਸੰਗ ਤਿਨੀ ਦਰਸ਼ਨ ਪਾਇਆ, ਸੰਗਤ ਵਿੱਚ ਆ ਕੇ ਗੁਰੂ ਨੂੰ ਧਿਆ, ਸੰਗਤ ਵਿੱਚ ਆ ਕੇ ਬੈਠ,
ਜਿਨੀ ਦਰਸ਼ਨ ਪਾਇਆ ਗੁਰੂ ਕੇ ਦੀਦਾਰ ਗੁਰੂ ਕੀ ਸੰਗਤ ਵਿੱਚੋਂ ਹੋਣਗੇ। ਤੇਰੇ ਹਰ ਸਵਾਲ ਦਾ ਜਵਾਬ ਗੁਰੂ ਕੀ ਸੰਗਤ ਵਿੱਚੋਂ ਮਿਲੇਗਾ। ਸਾਰੀਆਂ ਦਾਤਾਂ ਗੁਰੂ ਕੀ ਸੰਗਤ ਵਿੱਚੋਂ ਮਿਲਣਗੀਆਂ। ਸੁੱਖ ਗੁਰੂ ਕੀ ਸੰਗਤ ਵਿੱਚੋਂ ਮਿਲਣਗੇ। ਤੇਰੇ ਦੁੱਖ ਖਤਮ ਹੋ ਜਾਣਗੇ, ਕਿਉਂਕਿ ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਜਦੋਂ ਗੁਰੂ ਕੇ ਅੰਮ੍ਰਿਤ ਬਚਨਾਂ ਨੂੰ ਸੁਣੇਗਾ, ਦੁੱਖ ਰੋਗ ਸੰਤਾਪ ਉਤਰੇ। ਤੇਰੇ ਦੁੱਖ ਖਤਮ ਹੋ ਜਾਣਗੇ, ਰੋਗ ਖਤਮ ਹੋ ਜਾਣਗੇ, ਸੰਤਾਪ ਚਿੰਤਾ ਝੋਰੇ ਖਤਮ ਹੋ ਜਾਣਗੇ। ਸੁਣੀ ਸੱਚੀ ਬਾਣੀ, ਜਦੋਂ ਸੱਚੇ ਦੀ ਬਾਣੀ ਨੂੰ ਗੁਰੂ ਕੀ ਸੰਗਤ ਵਿੱਚ ਬੈਠ ਕੇ ਸੁਣੇਗਾ। ਪਾਤਸ਼ਾਹ ਜੀ ਰਹਿਮਤ ਕਰਨ। ਗੁਰ ਹੁਕਮ ਦੀ ਸੰਖੇਪ ਜੀ ਵਿਚਾਰ। ਰਹਾਉ ਵਾਲੇ ਬੰਦ ਤੱਕ ਗੁਰੂ ਰਹਿਮਤ ਸਦਕਾ